ਭਗਵੰਤ ਮਾਨ ਦੇ ਇੱਕ ਟਵੀਟ ਤੋਂ ਬਾਅਦ ਪੰਜਾਬ ਦੇ ਸਿਆਸਤ ਦੇ ਵਿੱਚ ਅਤੇ ਧਾਰਮਿਕ ਫਜ਼ਾਵਾਂ ਦੇ ਵਿੱਚ ਕੁਝ ਹਲਚਲ ਨਜ਼ਰ ਆਈ ਹੈ। ਇਹਨਾਂ ਬੇਅਦਬੀਆਂ ਦੇ ਮੁੱਦੇ ਦੇ ਉੱਤੇ ਭਾਰੀ ਭਰਕਮ ਸਿਆਸਤ ਵੀ ਹੋਈ। ਅਕਾਲੀ ਦਲ ਨੂੰ ਸੱਤਾ ਤੋਂ ਬਾਹਰ ਹੋਣਾ ਪਿਆ। ਜਿਹੜਾ ਅਕਾਲੀ ਦਲ ਕਹਿੰਦਾ ਸੀਗਾ ਕਿ ਅਸੀਂ 25 ਸਾਲ ਪੰਜਾਬ ਤੇ ਰਾਜ ਕਰਾਂਗੇ। ਜਿੱਥੋਂ ਤੱਕ ਬੇਅਦਬੀਆਂ ਦਾ ਸਵਾਲ ਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਜਵਾਬ ਵੀ ਆਉਂਦਾ ਕਿ ਬੇਅਦਬੀਆਂ ਤਾਂ ਤੁਹਾਡੇ ਰਾਜ ਦੇ ਵਿੱਚ ਵੀ ਹੋਈਆਂ ਨੇ। 2017 ਤੋਂ ਲੈ ਕੇ 2022 ਤੱਕ ਜਿਹੜੀ ਕਾਂਗਰਸ ਦੀ ਸਰਕਾਰ ਰਹੀ ਆ, ਉਸ ਦੌਰਾਨ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਲਗਾਤਾਰ ਹੋਈਆਂ। ਔਰ ਇਹੋ ਜਿਹੀਆਂ ਬੇਅਦਬੀਆਂ ਹੋਈਆਂ ਕਿ ਜਿਹੜੀਆਂ ਇਤਿਹਾਸ ਦੇ ਵਿੱਚ ਜਿਨ੍ਹਾਂ ਦਾ ਕਿਤੇ ਵੀ ਮਿਸਾਲ ਨਹੀਂ ਮਿਲਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ PBC। ਮੈਂ ਮਨਦੀਪ ਸਿੰਘ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ਟਵੀਟ ਤੋਂ ਬਾਅਦ ਪੰਜਾਬ ਦੇ ਸਿਆਸਤ ਦੇ ਵਿੱਚ ਅਤੇ ਧਾਰਮਿਕ ਫਜ਼ਾਵਾਂ ਦੇ ਵਿੱਚ ਕੁਝ ਹਲਚਲ ਨਜ਼ਰ ਆਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਟਵੀਟ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਜਲੰਧਰ ਜ਼ਿਮਨੀ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲਈ ਕੀਤੇ ਗਏ ਚੋਣ ਪ੍ਰਚਾਰ ਦੇ ਉੱਤੇ ਸਵਾਲ ਖੜੇ ਕੀਤੇ ਸਨ। ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਵੀ ਇਸ ਗੱਲ ਦਾ ਜਵਾਬ ਦਿੱਤਾ ਗਿਆ। ਭਗਵੰਤ ਮਾਨ ਨੇ ਟਵੀਟ ਕੀਤਾ ਸੀ ਕਿ ਜਿਸ ਪਾਰਟੀ ਦੇ ਉੱਤੇ ਬੇਅਦਬੀਆਂ ਦੇ ਇਲਜ਼ਾਮ ਲੱਗੇ ਹੋਣ, ਜਿਨ੍ਹਾਂ ਦੇ ਰਾਜ ਦੇ ਵਿੱਚ ਬੇਅਦਬੀਆਂ ਹੋਈਆਂ ਹੋਣ, ਉਹਨਾਂ ਦੇ ਹੱਕ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਪ੍ਰਚਾਰ ਨਹੀਂ ਕਰਨਾ ਚਾਹੀਦਾ। ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਜਵਾਬ ਵੀ ਆਉਂਦਾ ਕਿ ਬੇਅਦਬੀਆਂ ਤਾਂ ਤੁਹਾਡੇ ਰਾਜ ਦੇ ਵਿੱਚ ਵੀ ਹੋਈਆਂ ਨੇ, ਪਰ ਇਸ ਮਾਮਲੇ ਦੇ ਉੱਤੇ ਕੀ ਸਿਆਸਤ ਕੀਤੀ ਜਾਣੀ ਚਾਹੀਦੀ ਹੈ? ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਅਕਾਲੀ ਦਲ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਾ ਚਾਹੀਦਾ ਆ? ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਇੱਕੋ ਸਿੱਕੇ ਦੇ ਦੋ ਪਹਿਲੂ ਨੇ? ਕੀ ਇਹਨਾਂ ਨੂੰ ਵੱਖ-ਵੱਖ ਕਰਕੇ ਦੇਖਿਆ ਜਾ ਸਕਦਾ? ਕੀ ਭਗਵੰਤ ਮਾਨ ਦਾ ਟਵੀਟ ਸਿਆਸਤ ਤੋਂ ਪ੍ਰੇਰਿਤ ਹੈ ਜਾਂ ਫਿਰ ਉਹਨਾਂ ਦੇ ਅੰਦਰ ਦੀ ਕੋਈ ਭਾਵਨਾ ਆ? ਇਸ ਮਾਮਲੇ ਦੇ ਉੱਤੇ ਅੱਜ ਸੰਖੇਪ ਤੋਂ ਲੈ ਕੇ ਪੂਰੀ ਡੂੰਘਾਈ ਤੱਕ ਗੱਲਬਾਤ ਕਰਾਂਗੇ। ਸਾਡੇ ਨਾਲ ਸਾਡੇ ਸਾਥੀ ਸੀਨੀਅਰ ਪੱਤਰਕਾਰ ਤਲਵਿੰਦਰ ਸਿੰਘ ਬੁੱਟਰ ਹਾਜ਼ਰ ਰਹਿਣਗੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੁੱਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਪੁੱਛਣਾ ਚਾਹੁੰਦਾ ਕਿ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੇ, ਉਹਨਾਂ ਦੇ ਵੱਲੋਂ ਜਿਹੜਾ ਟਵੀਟ ਕੀਤਾ ਗਿਆ, ਤੁਸੀਂ ਉਹਨਾਂ ਦੇ ਟਵੀਟ ਨੂੰ ਕਿਵੇਂ ਦੇਖਦੇ ਹੋ ਕਿ ਕਿਸ ਸੰਦਰਭ ਦੇ ਵਿੱਚ ਹੈ ਟਵੀਟ ਇਹ? ਦੇਖੋ, ਜਿਹੜੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ, ਉਹਨਾਂ ਦਾ ਟਵੀਟ ਜਿਹੜਾ ਲੋਕ ਸਭਾ ਜਲੰਧਰ ਦੀ ਉਪ ਚੋਣ ਜਿਹੜੀ ਚੱਲ ਰਹੀ ਆ, ਉਹਦੇ ਸੰਦਰਭ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਸ ਪਾਰਟੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ ਲੱਗੇ ਹੋਣ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਉਸ ਪਾਰਟੀ ਦੇ ਹੱਕ ਦੇ ਵਿੱਚ ਵੋਟਾਂ ਮੰਗਣਾ ਜਿਹੜਾ ਆ, ਇਹ ਉਹ ਬੜਾ ਮਤਲਬ ਗਲਤ ਆ, ਜਾਂ ਉਹਨਾਂ ਨੇ ਉਹਦੇ ਤੇ ਇਤਰਾਜ਼ ਚੁੱਕਿਆ ਸੀ। ਦੇਖੋ, ਜਿੱਥੋਂ ਤੱਕ ਬੇਅਦਬੀਆਂ ਦਾ ਸਵਾਲ ਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। 2015 ਤੋਂ ਜਿਹੜਾ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੋਏ ਸੀਗੇ, ਉਸ ਤੋਂ ਬਾਅਦ ਬਰਗਾੜੀ ਦੇ ਵਿੱਚ ਉਸ ਪਾਵਨ ਸਰੂਪ ਦੇ ਜਿਹੜੇ ਅੰਗ ਆ ਉਹ ਖੰਡਿਤ ਹੋਏ ਮਿਲੇ, ਤੇ ਉਸ ਤੋਂ ਬਾਅਦ ਇੱਕ ਬੇਅਦਬੀਆਂ ਦਾ ਵਰਤਾਰਾ ਜਿਹੜਾ ਉਹ ਇੱਕ ਪ੍ਰਤੱਖ ਰੂਪ ਦੇ ਵਿੱਚ ਜਿਹੜਾ ਉਹ ਸਾਹਮਣੇ ਆਇਆ, ਤੇ ਲਗਾਤਾਰ ਬੇਅਦਬੀਆਂ ਦੀਆਂ ਘਟਨਾਵਾਂ ਵਾਪਰਨ ਦਾ ਸਿਲਸਿਲਾ ਜਿਹੜਾ ਉਹ ਆਰੰਭ ਹੋਇਆ। ਉਸ ਤੋਂ ਬਾਅਦ ਇਹਨਾਂ ਬੇਅਦਬੀਆਂ ਦੇ ਮੁੱਦੇ ਦੇ ਉੱਤੇ ਭਾਰੀ ਭਰਕਮ ਸਿਆਸਤ ਵੀ ਹੋਈ। ਅਕਾਲੀ ਦਲ ਨੂੰ ਸੱਤਾ ਤੋਂ ਬਾਹਰ ਹੋਣਾ ਪਿਆ। ਜਿਹੜਾ ਅਕਾਲੀ ਦਲ ਕਹਿੰਦਾ ਸੀਗਾ ਕਿ ਅਸੀਂ 25 ਸਾਲ ਪੰਜਾਬ ਤੇ ਰਾਜ ਕਰਾਂਗੇ, ਔਰ ਲਗਾਤਾਰ ਦੂਜੀ ਵਾਰ ਜਿਹੜਾ ਉਹਨਾਂ ਨੇ ਲਗਾਤਾਰ ਦੂਜੀ ਵਾਰ ਸਰਕਾਰ ਬਣਾ ਕੇ ਇੱਕ ਨਵੇਕਲਾ ਰਿਕਾਰਡ ਵੀ ਕਾਇਮ ਕੀਤਾ ਸੀ ਉਸ ਤੋਂ ਪਹਿਲਾਂ, ਜਦੋਂ ਕਿ ਪੰਜਾਬ ਦੇ ਚੋਣ ਇਤਿਹਾਸ ਦੇ ਵਿੱਚ ਕਦੇ ਵੀ ਲਗਾਤਾਰ ਇੱਕੋ ਪਾਰਟੀ ਦੀ ਦੂਜੀ ਵਾਰ ਸਰਕਾਰ ਰਿਪੀਟ ਨਹੀਂ ਸੀ ਹੋਈ। ਔਰ ਅਕਾਲੀ ਦਲ 2007 ਤੇ 2012 ਦੇ ਵਿੱਚ ਦੁਬਾਰਾ ਜਦੋਂ ਆਇਆ ਤਾਂ ਲੋਕ ਕਾਫੀ ਹੱਦ ਤੱਕ ਇਸ ਗੱਲ ਤੇ ਯਕੀਨ ਵੀ ਕਰਨ ਲੱਗ ਪਏ ਸਨ ਕਿ ਜਿਹੜਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜਾ ਨਾਅਰਾ ਦੇ ਰਿਹਾ ਕਿ 25 ਸਾਲ ਰਾਜ ਕਰਾਂਗੇ, ਇਹ ਸੱਚਮੁੱਚ ਇਹਨਾਂ ਦਾ ਜਿਹੜਾ ਰਾਜ ਆ ਉਹ ਥੋੜੀ ਕੀਤੇ ਆ ਪੰਜਾਬ ਦੇ ਵਿੱਚੋਂ ਅਸਥਿਰ ਨਹੀਂ ਹੋ ਸਕਦਾ। ਇਹੋ ਜਿਹੇ ਹਾਲਾਤ ਸਨ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਹੋਈਆਂ ਔਰ ਸਰਕਾਰ
ਜਿਹੜਾ ਉਹਨਾਂ ਪਾਵਨ ਬੇਅਦਬੀਆਂ ਨੂੰ ਸਮੇਂ ਸਿਰ ਰੋਕ ਸਕਣ ਤੇ ਉਹਨਾਂ ਦਾ ਜਿਹੜਾ ਬੇਅਦਬੀਆਂ ਤੋਂ ਬਾਅਦ ਜਿਹੜੇ ਹਾਲਾਤ ਬਣੇ ਉਹਨਾਂ ਨਾਲ ਸੁਚੱਜੇ ਤੇ ਵਿਉਂਤਬੰਦ ਤਰੀਕੇ ਨਾਲ ਨਜਿੱਠਣ ਦੀ ਬਜਾਏ ਜਿਹੜਾ ਉਥੇ ਬੁਰਜ ਜਵਾਹਰ ਸਿੰਘ ਵਾਲਾ ਜਿਹੜਾ ਆਪਣਾ ਗੋਲੀकांड ਹੋਇਆ, ਬਹਿਬਲ ਕਲਾਂ ਗੋਲੀकांड, ਬਰਗਾੜੀ ਗੋਲੀकांड ਹੋਇਆ ਤੇ ਉਸ ਤੋਂ ਬਾਅਦ ਜਿਹੜਾ 2017 ਦੀ ਵਿਧਾਨ ਸਭਾ ਚੋਣ ਦੇ ਵਿੱਚ ਅਕਾਲੀ ਦਲ ਨੂੰ ਬੜੀ ਬੁਰੀ ਤਰ੍ਹਾਂ ਹਾਰਨਾ ਪਿਆ ਤੇ ਅਕਾਲੀ ਦਲ ਜਿਹੜਾ 14-15 ਸੀਟਾਂ ਤੇ ਸਿਮਟ ਕੇ ਰਹਿ ਗਿਆ। 2017 ਤੋਂ ਲੈ ਕੇ 2022 ਤੱਕ ਜਿਹੜੀ ਕਾਂਗਰਸ ਦੀ ਸਰਕਾਰ ਰਹੀ ਆ, ਉਹ ਉਸ ਦੌਰਾਨ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਲਗਾਤਾਰ ਹੋਈਆਂ ਔਰ ਇਹੋ ਜਿਹੀਆਂ ਬੇਅਦਬੀਆਂ ਹੋਈਆਂ ਕਿ ਜਿਹੜੀਆਂ ਇਤਿਹਾਸ ਦੇ ਵਿੱਚ ਜਿਨ੍ਹਾਂ ਦਾ ਕਿਤੇ ਵੀ ਮਿਸਾਲ ਨਹੀਂ ਮਿਲਦੀ। ਤੁਸੀਂ ਵੇਖੋ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਿਹੜਾ ਖਾਲਸਾ ਪੰਥ ਦਾ ਜਨਮ ਸਥਾਨ ਆ, ਉੱਥੇ ਬੇਅਦਬੀ ਹੋਈ ਤੇ ਉਸ ਤੋਂ ਬਾਅਦ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉੱਥੇ ਜਿਹੜਾ ਇੱਕ ਬੇਅਦਬੀ ਹੋਈ, ਬੜੀ ਦੁਖਦਾਈ ਬੇਅਦਬੀ ਹੋਈ ਤੇ ਇਸ ਤਰ੍ਹਾਂ ਦੀਆਂ ਬੇਅਦਬੀਆਂ ਜਿਹੜੀਆਂ ਲਗਾਤਾਰ ਵਾਪਰੀਆਂ। ਉਸ ਤੋਂ ਬਾਅਦ ਲੋਕਾਂ 'ਚ ਹੌਲੀ ਹੌਲੀ ਇਹ ਗੱਲ ਜਾਣ ਲੱਗ ਪਈ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਮਹਿਜ ਕਿਸੇ ਇੱਕ ਰਾਜਨੀਤਿਕ ਪਾਰਟੀ ਤੱਕ ਸੀਮਿਤ ਨਹੀਂ ਆ ਔਰ ਨਾ ਹੀ ਨੈਚੁਰਲੀ ਗੱਲ ਆ ਕਿ ਕੋਈ ਵੀ ਪਾਰਟੀ ਦੀ ਸਰਕਾਰ ਹੋਵੇ, ਕੋਈ ਵੀ ਸਿਆਸੀ ਧਿਰ ਨਹੀਂ ਚਾਹੁੰਦੀ ਹੁੰਦੀ ਕਿ ਮੇਰੀ ਸਰਕਾਰ ਦੌਰਾਨ ਅਰਾਜਕਤਾ ਫੈਲੇ, ਸਮਾਜ ਦੇ ਵਿੱਚ ਅਸਥਿਰਤਾ ਪੈਦਾ ਹੋਵੇ, ਬਦਅਮਨੀ ਪੈਦਾ ਹੋਵੇ ਤੇ ਮੇਰਾ ਰਾਜ ਬਦਨਾਮ ਹੋਵੇ। ਏਦਾਂ ਕੋਈ ਨਹੀਂ ਚਾਹੁੰਦਾ ਹੁੰਦਾ। ਪਰ ਜਿਸ ਤਰ੍ਹਾਂ ਅਕਾਲੀ ਦਲ ਦੀ ਸਰਕਾਰ 'ਚ ਹਾਲਾਤ ਪੈਦਾ ਹੋਏ ਸਨ, ਇੱਕ ਵਾਰ ਤੇ ਲੋਕਾਂ ਨੂੰ ਐਵੇਂ ਜਾਪ ਰਿਹਾ ਸੀ ਕਿ ਅਕਾਲੀ ਦਲ ਦਾ ਜਿਹੜਾ ਇਹਨਾਂ ਸਾਰੇ ਹਾਲਾਤਾਂ ਦੇ ਨੂੰ ਪੈਦਾ ਕਰਨ ਪਿੱਛੇ ਹੱਥ ਆ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਵਿੱਚ ਵੀ ਇਹਨਾਂ ਦੀ ਕਿਤੇ ਨਾ ਕਿਤੇ ਸਿੱਧੀ ਅਸਿੱਧੀ ਸ਼ਮੂਲੀਅਤ ਹੈ। ਇਹ ਲੋਕ ਉਸ ਵੇਲੇ ਮੰਨਣ ਲੱਗ ਪਏ ਸਨ। ਪਰ ਜਦੋਂ ਇਹਨਾਂ ਬੇਅਦਬੀਆਂ ਦਾ ਜਿਹੜਾ ਵਰਤਾਰਾ ਆ ਸਰਕਾਰ ਬਦਲਣ ਦੇ ਬਾਵਜੂਦ ਨਹੀਂ ਰੁਕਿਆ ਤੇ ਨਾ ਹੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ, ਤਾਂ ਲੋਕਾਂ ਦੇ ਵਿੱਚ ਇਹ ਗੱਲ ਹੌਲੀ ਹੌਲੀ ਜਿਹੜੀ ਆ ਉੱਠਣ ਲੱਗ ਪਈ ਸੀ ਕਿ ਬੇਅਦਬੀਆਂ ਦਾ ਵਰਤਾਰੇ ਦੀਆਂ ਜੜ੍ਹਾਂ ਕਿਤੇ ਹੋਰ ਨੇ। ਪਰ ਲੋਕ ਸਿਆਸਤ ਦੇ ਸ਼ਿਕਾਰ ਹੋ ਕੇ ਉਹਦੀਆਂ ਜੜ੍ਹਾਂ ਕਿਤੇ ਹੋਰ ਲੱਭ ਰਹੇ ਸਨ। ਸੱਤਾ ਬਦਲਣ ਦੇ ਨਾਲ, ਇੱਕ ਪਾਰਟੀ ਨੂੰ ਹੇਠਾਂ ਕਰਨ ਦੇ ਨਾਲ, ਦੂਜੀ ਪਾਰਟੀ ਨੂੰ ਸੱਤਾ 'ਚ ਲਿਆਉਣ ਦੇ ਨਾਲ ਬੇਅਦਬੀਆਂ ਨਹੀਂ ਰੁਕੀਆਂ। ਉਸ ਦੇ ਬਾਵਜੂਦ ਕਾਂਗਰਸ ਸਰਕਾਰ ਵੀ ਜਿਹੜੀ ਆ ਉਹ ਵੀ ਬੇਅਦਬੀਆਂ ਦੇ ਮੁੱਦੇ ਦੇ ਉੱਤੇ ਜਿਹੜਾ ਅਖੀਰ ਦੇ ਵਿੱਚ ਕਿ ਬਹੁਤ ਵੱਡੀ ਪੱਧਰ ਤੇ ਉਹਨੂੰ ਕੀਮਤ ਚੁਕਾਉਣੀ ਪਈ ਤੇ ਉਹਨੂੰ ਵੀ ਸੱਤਾ ਤੋਂ ਬਾਹਰ ਜਾਣਾ ਪਿਆ, ਕਿਉਂਕਿ ਇਹ ਵੀ ਇੱਕ ਕਾਂਗਰਸ ਸਰਕਾਰ ਦੀ ਫੇਲੀਅਰ ਦੇ ਵਿੱਚ ਇੱਕ ਫੈਕਟਰ ਸ਼ਾਮਲ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨਹੀਂ ਰੁਕੀਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀਆਂ ਜਿਹੜੀਆਂ ਘਟਨਾਵਾਂ ਸਨ, ਬਰਗਾੜੀ ਕਾਂਡ ਹੋ ਗਿਆ, ਚਾਹੇ ਬਹਿਬਲ ਕਲਾਂ ਕਾਂਡ ਹੋ ਗਿਆ, ਚਾਹੇ ਬੁਰਜ ਜਵਾਹਰ ਸਿੰਘ ਵਾਲਾ ਜੋ ਗੋਲੀकांड ਹੋ ਗਿਆ, ਇਹਦੇ ਦੋਸ਼ੀਆਂ ਨੂੰ ਜਿਹੜੀਆਂ ਸਜ਼ਾਵਾਂ ਨਹੀਂ ਮਿਲੀਆਂ ਬਲਕਿ ਇਹਦੀ ਥਾਂ ਤੇ ਸਿਆਸਤ ਹੁੰਦੀ ਰਹੀ। ਕਦੇ ਅਕਾਲੀ ਦਲ ਦੇ ਲੀਡਰਾਂ ਨੂੰ ਚਾਰਜ ਸ਼ੀਟ ਦੇ ਵਿੱਚ ਪਾ ਦੇਣਾ, ਕਦੇ ਕੱਢ ਦੇਣਾ, ਕਦੇ ਪਾ ਦੇਣਾ। ਇਹ ਲੋਕਾਂ ਨੂੰ ਇੱਕ ਤਰ੍ਹਾਂ ਨਾਲ ਲੋਕਾਂ ਨੂੰ ਜਿਹੜਾ ਇਮੋਸ਼ਨਲੀ ਬਲੈਕਮੇਲ ਕਰਨ ਲਈ ਜਾਂ ਉਹਨਾਂ ਦੀਆਂ ਵੋਟਾਂ ਹਥਿਆਉਣ ਲਈ ਇੱਕ ਮਹਿਜ ਰਾਜਨੀਤਿਕ ਮੁੱਦਾ ਬਣ ਕੇ ਰਹਿ ਗਿਆ ਤੇ ਇਸ ਕਰਕੇ ਕਾਂਗਰਸ ਨੂੰ ਵੀ ਸੱਤਾ ਤੋਂ ਬਾਹਰ ਜਾਣਾ ਪਿਆ। ਉਸ ਤੋਂ ਬਾਅਦ ਆ ਗਈ ਜੀ ਆਮ ਆਦਮੀ ਪਾਰਟੀ ਦੀ ਸਰਕਾਰ। ਤਕਰੀਬਨ 1 ਸਾਲ ਤੋਂ ਉੱਪਰ ਸਮਾਂ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੀ ਨੂੰ। ਉਸ ਤੋਂ ਬਾਅਦ ਵੀ ਬੇਅਦਬੀ ਦੀਆਂ ਜਿਹੜੀਆਂ ਬੇਅੰਤ ਘਟਨਾਵਾਂ ਵਾਪਰੀਆਂ, ਆ ਪਿਛਲੇ ਹਫ਼ਤੇ ਹੀ ਜਿਹੜੀ ਆ ਤੁਸੀਂ ਵੇਖੋ ਜਿਹੜੀ ਮੋਰਿੰਡੇ ਦੇ ਵਿੱਚ ਘਟਨਾ ਵਾਪਰੀ ਆ ਔਰ ਇਸ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਜਾਂ ਕਿਸੇ ਵੀ ਜਿਹੜਾ ਜ਼ਿੰਮੇਵਾਰ ਸੰਵਿਧਾਨਕ ਅਹੁਦੇ ਤੇ ਬੈਠਾ ਵਿਅਕਤੀ, ਉਸ ਵੱਲੋਂ ਕੋਈ ਵੀ ਇਹਦੇ ਬਾਰੇ ਕੋਈ ਜਨਤਕ ਸਟੇਟਮੈਂਟ ਨਹੀਂ ਆਈ ਕਿ ਇਹ ਘਟਨਾ ਜਿਹੜੀ ਆ ਇਹ ਕਿੰਨੀ ਦੁਖਦਾਈ ਆ ਜਾਂ ਇਹਦੇ ਵਿੱਚ ਸਰਕਾਰ ਕੀ ਕਰ ਰਹੀ ਆ। ਹੁਣ ਆ ਜਾਂਦੇ ਆ ਭਗਵੰਤ ਮਾਨ ਦੇ ਟਵੀਟ ਵੱਲ। ਭਗਵੰਤ ਮਾਨ ਨੂੰ ਇਸ ਗੱਲ ਦਾ ਤੇ ਚੇਤਾ ਆ ਗਿਆ ਕਿ ਅਕਾਲੀ ਦਲ ਦੇ ਉੱਤੇ ਬੇਅਦਬੀਆਂ ਦੇ ਦੋਸ਼ ਲੱਗੇ ਆ, ਪਰ ਭਗਵੰਤ ਮਾਨ ਉਸ ਦਿਨ ਕਿੱਥੇ ਸਨ ਜਿਸ ਦਿਨ ਜਿਹੜਾ ਵਾ ਆਪਣਾ ਮੋਰਿੰਡੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋਈ। ਸੋ ਲੋਕਾਂ ਦੇ ਜ਼ਿਹਨ ਦੇ ਵਿੱਚ ਸਵਾਲ ਉੱਠਣੇ ਸੁਭਾਵਿਕ ਆ। ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵੀ ਇਹ ਗੱਲ ਆਉਂਦੀ ਆ ਕਿ ਇਹ ਰਾਜਨੀਤੀ ਕੀਤੀ ਗਈ ਔਰ ਇਹ ਸਮਝਿਆ ਜਾ ਰਿਹਾ ਕਿ ਬੇਅਦਬੀਆਂ ਦੇ ਮੁੱਦੇ ਦੇ ਉੱਤੇ ਜਿੰਨੀ ਜਿਹੜੀ ਆ ਖਤਰਨਾਕ ਕਹਿ ਲੋ ਰਾਜਨੀਤੀ ਆਮ ਆਦਮੀ ਪਾਰਟੀ ਨੇ ਕੀਤੀ ਆ, ਉਹ ਕਿਸੇ ਨੇ ਵੀ ਨਹੀਂ ਕੀਤੀ। ਔਰ ਉਸ ਆਮ ਆਦਮੀ ਪਾਰਟੀ ਨੂੰ ਬੇਅਦਬੀਆਂ ਦੇ ਮੁੱਦੇ ਦੇ ਉੱਤੇ ਹੀ ਜਿਹੜਾ ਇੰਨਾ ਵੱਡਾ ਜਿਹੜਾ ਪੰਜਾਬ ਦੇ ਵਿੱਚ ਇੱਕ ਹੁੰਜਾ ਫੇਰੂ ਜਿੱਤ ਹਾਸਲ ਹੋਈ ਆ, ਉਹਦੇ ਵਿੱਚ ਇੱਕ ਮੇਨ ਫੈਕਟਰ ਬੇਅਦਬੀਆਂ ਵੀ ਸਨ। ਪਰ ਇਸ ਪਾਰਟੀ ਨੇ ਵੀ ਜਿਹੜਾ ਬੇਅਦਬੀਆਂ ਦੇ ਦੋਸ਼ੀਆਂ ਨੂੰ
ਜਿਹੜਾ ਵਾ ਉਹ ਸਜ਼ਾਵਾਂ ਦੇਣ ਲਈ ਜਾਂ ਇਸ ਵਰਤਾਰੇ ਦੀ ਤਹਿ ਤੱਕ ਜਾ ਕੇ ਇਸ ਵਰਤਾਰੇ ਦੇ ਜਿਹੜਾ ਸਿੱਟਾ ਮੁਖੀ ਹੱਲ ਕਰਨ ਦੀ ਦਿਸ਼ਾ ਦੇ ਵਿੱਚ ਕੋਈ ਸਾਰਥਕ ਕਦਮ ਨਹੀਂ ਚੁੱਕੇ, ਜਿਹਦੇ ਕਰਕੇ 1 ਸਾਲ ਦੇ ਦੌਰਾਨ ਇਸ ਪਾਰਟੀ ਦੇ ਖਿਲਾਫ ਵੀ ਲੋਕਾਂ ਦਾ ਜਿਹੜਾ ਗੁੱਸਾ ਫੁੱਟਣ ਲੱਗ ਪਿਆ। ਕੱਲ ਜਦੋਂ ਭਗਵੰਤ ਮਾਨ ਟਵੀਟ ਕਰਦੇ ਆ ਉਸ ਤੋਂ ਕੁਝ ਘੰਟਿਆਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆ, ਉਹਨਾਂ ਦਾ ਬਿਆਨ ਆ ਗਿਆ ਕਿ ਜਿਹੜਾ ਭਗਵੰਤ ਮਾਨ ਦਾ ਜਿਹੜਾ ਇਹੋ ਜੀ ਮੁੱਦੇ ਦੇ ਉੱਤੇ ਬਿਆਨ ਦੇਣਾ ਜਿਹੜਾ ਅਸ਼ੋਭਨੀਕ ਆ ਔਰ ਇਹਨਾਂ ਨੂੰ ਕੋਈ ਹੱਕ ਨਹੀਂ ਆ, ਕਿਉਂਕਿ ਇਹਨਾਂ ਦੇ ਰਾਜ ਦੇ ਵਿੱਚ ਵੀ ਬੇਅਦਬੀਆਂ ਵਾਪਰੀਆਂ ਤੇ ਇਹਨਾਂ ਨੇ ਜਿਹੜਾ ਉਹਨਾਂ ਬੇਅਦਬੀਆਂ ਨੂੰ ਰੋਕਣ ਦੇ ਲਈ ਕੋਈ ਜ਼ਿਕਰਯੋਗ ਮਾਰਕਾ ਨਹੀਂ ਮਾਰਿਆ। ਔਰ ਉਸ ਤੋਂ ਬਾਅਦ ਅਕਾਲੀ ਦਲ ਦੇ ਜਿਹੜੇ ਬੁਲਾਰੇ ਆ ਔਰ ਸਕੱਤਰ ਆ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਇਹ ਸਟੇਟਮੈਂਟ ਦਿੱਤੀ ਸੀ ਕਿ ਭਗਵੰਤ ਮਾਨ ਵੀ ਉਸੇ ਸੋਚ ਦੇ ਪਿਛਲੱਗ ਬਣ ਚੁੱਕੇ ਆ, ਜਿਹੜੀ ਸੋਚ ਸਿੱਖ ਸੰਸਥਾਵਾਂ ਤੇ ਸਿੱਖ ਰਾਜਸੀ ਸ਼ਕਤੀ ਨੂੰ ਖਤਮ ਕਰਕੇ ਸਿੱਖਾਂ ਨੂੰ ਨਿਰਬਲ ਤੇ ਨਿਤਾਣੇ ਬਣਾਉਣ ਦੀ ਜਿਹੜੀ ਆ ਉਹ ਸਾਜ਼ਿਸ਼ ਦੇ ਵਿੱਚ ਲੱਗੀਆਂ ਹੋਈਆਂ ਨੇ। ਸੋ ਇਸ ਤਰੀਕੇ ਦੇ ਨਾਲ ਅਸੀਂ ਸਮਝਦੇ ਹਾਂ ਕਿ ਬੇਅਦਬੀਆਂ ਦੇ ਮੁੱਦੇ ਦੇ ਉੱਤੇ ਰਾਜਨੀਤੀ ਦੀ ਬਜਾਏ ਉਹਦੇ ਤੇ ਸੰਜੀਦਾ ਕਾਰਵਾਈ ਹੋਣੀ ਚਾਹੀਦੀ ਆ। ਇਸ ਵੇਲੇ ਸਰਕਾਰ ਜਿਹੜੀ ਆ ਭਗਵੰਤ ਮਾਨ ਹੋਰਾਂ ਦੀ ਆ, ਮੁੱਖ ਮੰਤਰੀ ਉਹ ਨੇ, ਕਿੰਨਾ ਚੰਗਾ ਹੁੰਦਾ ਕਿ ਉਹ ਟਵੀਟ ਕਰਨ ਦੀ ਬਜਾਏ ਬੇਅਦਬੀਆਂ ਦੇ ਦੋਸ਼ੀ ਚਾਹੇ ਕੋਈ ਵੀ ਹੋਣ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਔਰ ਉਹਨਾਂ ਨੂੰ ਜਿਹੜਾ ਉਹਨਾਂ ਦੇ ਅੰਜਾਮ ਤੱਕ ਪਹੁੰਚਾਉਂਦੇ। ਲੋਕ ਇਹਨਾਂ ਗੱਲਾਂ ਨਾਲ ਕਦੇ ਨਹੀਂ ਰੀਝਦੇ ਕਿ ਤੁਸੀਂ ਆਪਣੇ ਸਿਆਸੀ ਮਫਾਦਾਂ ਲਈ ਚੋਣਾਂ ਨੇੜੇ ਵੇਖ ਕੇ ਜਿਹੜਾ ਕਿਸੇ ਰਾਜਨੀਤਿਕ ਪਾਰਟੀ ਦੇ 4 ਆਗੂਆਂ ਨੂੰ ਕਿਸੇ ਚਾਰਜ ਸ਼ੀਟ ਦੇ ਵਿੱਚ ਨਾਮ ਪਾ ਦਿਓ ਤੇ ਫਿਰ ਉਹ ਬਾਅਦ ਵਿੱਚ ਉਹ ਅਦਾਲਤਾਂ 'ਚ ਜਾ ਕੇ ਜਿਹੜਾ ਉਹ ਆਪਣੀ ਬੇਗੁਨਾਹੀ ਦਾ ਸਬੂਤ ਦੇ ਕੇ ਤੇ ਆਪਣਾ ਜ਼ਮਾਨਤਾਂ ਲੈ ਲੈਂਦੇ ਆ, ਜਾਂ ਫਿਰ ਉਹ ਆਪਣਾ ਜਿਹੜਾ ਉਹ ਸਿਆਸੀ ਆਧਾਰ ਤੇ ਬਦਲਾਖੋਰੀ ਦੀ ਭਾਵਨਾ ਨਾਲ ਇਹ ਕਾਰਵਾਈ ਨੂੰ ਜਿਹੜਾ ਉਹ ਅਦਾਲਤ ਦੇ ਵਿੱਚ ਸਾਬਤ ਕਰ ਦਿੰਦੇ ਆ। ਲੋਕੀ ਇਹਨਾਂ ਗੱਲਾਂ ਨਾਲ ਨਹੀਂ ਰੀਝਦੇ, ਲੋਕਾਂ ਨੂੰ ਕਾਰਵਾਈ ਚਾਹੀਦੀ ਆ। ਲੋਕਾਂ ਨੂੰ ਇਹ ਨਹੀਂ ਚਾਹੀਦਾ ਕਿ ਤੁਸੀਂ ਕਿਸੇ ਪਾਰਟੀਕੂਲਰ ਕਿਸੇ ਰਾਜਨੀਤਿਕ ਧਿਰ ਦੇ ਕਿਤੇ ਕਿਸੇ ਵਿਅਕਤੀ ਵਿਸ਼ੇਸ਼ ਨੂੰ ਹੀ ਸ਼ਾਮਲ ਕਰੋ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਹੋਣ ਜਿਹੜੇ ਇਸ ਵੇਲੇ ਦੁਨੀਆ ਤੇ ਨਹੀਂ ਆ, ਚਾਹੇ ਸੁਖਬੀਰ ਸਿੰਘ ਬਾਦਲ ਹੋਣ ਜਿਹੜੇ ਉਸ ਵੇਲੇ ਉਪ ਮੁੱਖ ਮੰਤਰੀ ਹੋਏ ਆ। ਲੋਕਾਂ ਨੂੰ ਇਸ ਗੱਲ ਨਾਲ ਨਹੀਂ ਮਤਲਬ ਹੈਗਾ, ਲੋਕਾਂ ਨੂੰ ਮਤਲਬ ਇਸ ਗੱਲ ਨਾਲ ਕਿ ਬੇਅਦਬੀਆਂ ਰੁਕਣੀਆਂ ਚਾਹੀਦੀਆਂ ਔਰ ਬੇਅਦਬੀਆਂ ਤਦੇ ਰੁਕਣਗੀਆਂ ਜੇ ਉਹਨਾਂ ਦੇ ਸਹੀ ਦੋਸ਼ੀਆਂ ਤੱਕ ਸਰਕਾਰ ਪਹੁੰਚੇਗੀ। ਜਦੋਂ ਤੱਕ ਸਹੀ ਦੋਸ਼ੀਆਂ ਤੱਕ ਸਰਕਾਰ ਨਹੀਂ ਪਹੁੰਚਦੀ, ਚਾਹੇ ਜਿੰਨੀਆਂ ਮਰਜ਼ੀ ਚਾਰਜ ਸ਼ੀਟਾਂ ਬਣਾ ਲੇ, ਜਿੰਨੇ ਮਰਜ਼ੀ ਸਿਆਸੀ ਆਗੂਆਂ ਨੂੰ ਵਿੱਚ ਚਾਰਜ ਸ਼ੀਟਾਂ ਦੇ ਵਿੱਚ ਉਹਨਾਂ ਦੇ ਨਾਮ ਜੋੜ ਲਵੇ, ਬੇਅਦਬੀਆਂ ਨਹੀਂ ਰੁਕਣੀਆਂ। ਔਰ ਜਦ ਤੱਕ ਬੇਅਦਬੀਆਂ ਨਹੀਂ ਰੁਕਦੀਆਂ, ਸਿੱਖ ਕੌਮ ਦੇ ਸਿੱਖ ਪੰਥ ਦੇ ਹਿਰਦੇ ਸ਼ਾਂਤ ਨਹੀਂ ਹੋਣੇ। ਅਸੀਂ ਇਹ ਵੀ ਨਹੀਂ ਕਹਿੰਦੇ ਕਿ ਅਕਾਲੀ ਦਲ ਜਿਹੜਾ ਉਹ ਬੜੀ ਪੰਥਕ ਪਾਰਟੀ ਹੈ ਜਾਂ ਉਹ ਬੜਾ ਜਿਹੜਾ ਵਾ ਬੇਅਦਬੀਆਂ ਦੇ ਦੋਸ਼ਾਂ ਤੋਂ 100% 100% ਜਿਹੜਾ ਉਹ ਮਤਲਬ ਕਿ ਬੇਦਾਗ ਆ। ਪਰ ਅਸੀਂ ਇਹ ਗੱਲ ਕਹਿੰਦੇ ਆ ਕਿ ਜੇਕਰ ਅਕਾਲੀ ਦਲ ਦੇ ਖਿਲਾਫ ਜਿੰਨੇ ਗੁੱਸੇ ਦੇ ਨਾਲ ਲੋਕਾਂ ਨੇ 2017 ਦੇ ਵਿੱਚ ਉਹਨੂੰ ਸੱਤਾ ਤੋਂ ਬਾਹਰ ਕੀਤਾ ਸੀਗਾ ਤੇ 2022 ਦੇ ਵਿੱਚ ਵੀ ਉਹਨੂੰ ਬੁਰੀ ਤਰ੍ਹਾਂ ਹਰਾਇਆ, ਤੇ ਜੇਕਰ ਉਸ ਤਰ੍ਹਾਂ ਉਸ ਤਰੀਕੇ ਦੇ ਨਾਲ ਉਹਨਾਂ ਦੀ ਅਕਾਲੀ ਦਲ ਦੇ ਆਗੂਆਂ ਦੀ ਜਾਂ ਉਹਨਾਂ ਦੀ ਸਰਕਾਰ ਦੀ ਬੇਅਦਬੀਆਂ ਦੇ ਵਿੱਚ ਸਿੱਧੇ ਅਸਿੱਧੇ ਤੌਰ ਤੇ ਸ਼ਮੂਲੀਅਤ ਸੀ, ਤਾਂ ਫਿਰ 2 ਸਰਕਾਰਾਂ ਬਦਲ ਗਈਆਂ, ਅਜੇ ਤੱਕ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋਈ? ਕਾਨੂੰਨੀ ਪਹਿਲੂ ਵੀ ਕੋਈ ਨਾ ਕੋਈ ਹੈਗਾ ਕਿ ਕਾਨੂੰਨ ਨੇ ਜਿਹੜਾ ਉਹ ਕਿਸੇ ਆਧਾਰ ਤੇ ਹੀ ਕਾਰਵਾਈ ਕਰਨੀ ਹੁੰਦੀ ਆ। ਸੋ ਲੋਕਾਂ ਦੇ ਵਿੱਚ ਵੀ ਇਹ ਚਰਚਾ ਛਿੜਨ ਲੱਗ ਪਈ ਆ ਕਿ ਅਕਾਲੀ ਦਲ ਨੂੰ ਜਿੰਨਾ ਬਦਨਾਮ ਕੀਤਾ ਗਿਆ ਉਹ ਕਿਤੇ ਨਾ ਕਿਤੇ ਅਕਾਲੀ ਦਲ ਦੀ ਫੇਲੀਅਰ ਤਾਂ ਸੀ ਕਿ ਉਹਨਾਂ ਦੇ ਰਾਜ ਦੇ ਵਿੱਚ ਬੇਅਦਬੀਆਂ ਹੋਈਆਂ, ਪਰ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਨੂੰ ਟਾਰਗੇਟ ਕੀਤਾ ਗਿਆ ਉਹਦੇ ਚੋਂ ਏਦਾਂ ਸਾਬਤ ਹੋ ਰਿਹਾ ਕਿ ਜਿਵੇਂ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਮੁੱਦੇ ਤੇ ਅਕਾਲੀ ਦਲ ਰਾਜਨੀਤੀ ਕਰਦਾ ਰਿਹਾ, ਪਰ 30-35 ਸਾਲ ਦੇ ਵਿੱਚ ਜਿਹੜਾ ਉਹ ਅਕਾਲੀ ਦਲ ਪੰਜਾਬ ਦੇ ਵਿੱਚ ਸਰਕਾਰ ਦੇ ਵਿੱਚ ਵੀ ਰਿਹਾ, 1997 ਚ ਰਿਹਾ, 2007 ਚ ਰਿਹਾ, 2012 ਤੋਂ 17 ਚ ਰਿਹਾ, ਤੇ ਉਹ ਉਸ ਦੇ ਦੌਰਾਨ ਜਿਹੜਾ ਜ਼ਿਕਰਯੋਗ ਜਿਹੜੀ ਕਾਰਵਾਈ ਆ 84 ਦੇ ਕਤਲੇਆਮ ਦੇ ਦੋਸ਼ੀਆਂ ਖਿਲਾਫ ਨਹੀਂ ਕਰਾ ਸਕਿਆ। ਉਸੇ ਤਰ੍ਹਾਂ ਪਹਿਲਾਂ ਕਾਂਗਰਸ ਨੇ ਤੇ ਫਿਰ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਨੂੰ ਘੇਰਨ ਦੇ ਲਈ ਅਕਾਲੀ ਦਲ ਦੀ ਜਿਹੜੀ ਆ ਮਾਸਕੇਡਰ ਆ ਜਿਹੜਾ ਉਹਦਾ ਕਿਸਾਨੀ ਵਰਗਾ ਜਾਂ ਸਿੱਖ ਪੰਥਕ ਵਰਗ ਆ, ਪੰਥਕ ਖਾਸਾ ਆ, ਉਹਦੇ ਨਾਲੋਂ ਅਕਾਲੀ ਦਲ ਨੂੰ ਤੋੜਨ ਦੇ ਲਈ ਕਿਤੇ ਨਾ ਕਿਤੇ ਬੇਅਦਬੀਆਂ ਦੇ ਮੁੱਦੇ ਨੂੰ ਜਿਹੜਾ ਰਾਜਨੀਤਿਕ ਤੌਰ ਤੇ ਉਹਦਾ ਜਿਹੜਾ ਉਹਨੂੰ ਭੁਨਾਇਆ ਗਿਆ, ਉਹਦੇ ਤੇ ਸਿਆਸੀ ਰੋਟੀਆਂ ਸੇਕੀਆਂ ਗਈਆਂ। ਪਰ ਅੱਜ ਦਾ ਸਮਾਂ ਇਸ ਗੱਲ ਦੀ ਮੰਗ ਕਰਦਾ ਕਿ ਸਿਆਸਤ ਕਰਨੀ ਬੰਦ ਕੀਤੀ ਜਾਵੇ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ। ਸਿਆਸਤ ਦੀ ਬਜਾਏ ਬੇਅਦਬੀਆਂ ਰੁਕਣੀਆਂ ਚਾਹੀਦੀਆਂ।
ਬੇਅਦਬੀਆਂ ਕਿਵੇਂ ਰੋਕਣੀਆਂ ਇਹ ਸਰਕਾਰ ਨੇ ਵੇਖਣਾ, ਉਹਨਾਂ ਦੇ ਦੋਸ਼ੀਆਂ ਤੱਕ ਕਿਵੇਂ ਪਹੁੰਚਣਾ, ਉਹਨਾਂ ਦੇ ਪਿੱਛੇ ਦੀਆਂ ਸਾਜ਼ਿਸ਼ਾਂ ਨੂੰ ਕਿਵੇਂ ਬੇਨਕਾਬ ਕਰਨਾ, ਇਹ ਸਾਰਾ ਸਰਕਾਰ ਨੇ ਵੇਖਣਾ। ਔਰ ਜਦ ਤੱਕ ਬੇਅਦਬੀਆਂ ਨਹੀਂ ਰੁਕਦੀਆਂ ਤਦ ਤੱਕ ਭਗਵੰਤ ਮਾਨ ਛੱਡ ਕੇ ਕੇਜਰੀਵਾਲ ਵੀ ਜਿੰਨੇ ਮਰਜ਼ੀ ਟਵੀਟ ਕਰ ਲੈਣ, ਫਿਰਕੂ ਟਵੀਟ ਕਰ ਲੈਣ, ਨਫ਼ਰਤ ਵਾਲੇ ਅਸਹਿਣਸ਼ੀਲਤਾ ਵਾਲੇ ਟਵੀਟ ਕਰ ਲੈਣ, ਲੋਕੀ ਉਹਨਾਂ ਤੇ ਨਹੀਂ ਭਿੱਜਣਗੇ। ਜੀ ਬੁੱਟ ਸਾਹਿਬ, ਮੈਂ ਇਹ ਜਾਣਨਾ ਚਾਹੁੰਦਾ ਕਿ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੱਦਾਂ ਕਿਸੇ ਹਲਕੇ ਦੇ ਵਿੱਚ ਕਿਸੇ MP ਵਾਸਤੇ ਚੋਣ ਪ੍ਰਚਾਰ ਕਰ ਸਕਦੇ ਨੇ? ਸ਼੍ਰੋਮਣੀ ਅਕਾਲੀ ਦਲ ਵਾਸਤੇ ਉਹਨਾਂ ਦਾ ਚੋਣ ਪ੍ਰਚਾਰ ਕਰਨਾ ਸਹੀ ਹੈ? ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਕੀ ਇਤਿਹਾਸ ਦੇ ਵਿੱਚ ਅਜਿਹਾ ਹੁੰਦਾ ਆਇਆ? ਦੇਖੋ, ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਨਾ, ਇਹਦਾ ਗਠਨ ਨਵੰਬਰ 1920 ਚ, ਜਿਹੜਾ 15 ਨਵੰਬਰ 1920 ਨੂੰ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋਇਆ। ਉਸ ਤੋਂ 1 ਮਹੀਨੇ ਬਾਅਦ 14 ਦਸੰਬਰ 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਮੈਨ ਪਾਵਰ ਜਟਾਉਣ ਦੇ ਲਈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋਇਆ ਸੀ। ਇਹ ਵੱਖਰੀ ਗੱਲ ਆ ਕਿ ਸਮਾਂ ਪਾ ਕੇ ਅੱਜ ਅਕਾਲੀ ਦਲ ਦਾ ਉਹ ਸਰੂਪ ਨਹੀਂ ਹੈ ਜਿਹੜਾ 1920 ਚ ਸੀਗਾ, ਪਰ ਇਸ ਦੇ ਬਾਵਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ 1979 ਚ ਉਹਦਾ ਇੱਕ ਪਾਲਿਸੀ ਪ੍ਰੋਗਰਾਮ ਤੈਅ ਕੀਤਾ ਗਿਆ ਸੀ, ਜਿਹਦੇ ਵਿੱਚ ਧਰਮ ਦੇ ਪ੍ਰਚਾਰ ਪ੍ਰਸਾਰ, ਗੁਰਦੁਆਰਿਆਂ ਦੇ ਜਿਹੜਾ ਇਮਾਨਦਾਰਾਨਾ ਤੇ ਸੰਗਤੀ ਪ੍ਰਬੰਧ ਦੇਖਣਾ ਤੇ ਉਹ ਪ੍ਰਬੰਧ ਨੂੰ ਕਾਇਮ ਕਰਨਾ। ਇਸ ਤੋਂ ਇਲਾਵਾ ਭਾਰਤ ਦੇ ਵਿੱਚ ਸਿੱਖਾਂ ਦਾ ਰਾਜਨੀਤਿਕ ਖੁਦ ਮੁਖਤਿਆਰ ਜਿਹੜਾ ਇੱਕ ਰਾਜ ਭਾਗ ਕਾਇਮ ਕਰਨ ਲਈ ਜਾਂ ਇੱਕ ਇਹੋ ਜਿਹਾ ਮਾਹੌਲ ਬਣਾਉਣ ਲਈ ਸਿੱਖਾਂ ਦੇ ਰਾਜਨੀਤਿਕ ਹਿੱਤਾਂ ਦੇ ਲਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਵਚਨਬੱਧਤਾ ਦੁਹਰਾਈ ਸੀ। ਔਰ ਜਥੇਦਾਰ ਗੁਰਚਰਨ ਸਿੰਘ ਟੌੜਾ ਜਿਹੜੇ 26-27 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਆ, ਉਹ ਰਾਜ ਸਭਾ ਦੇ ਮੈਂਬਰ ਵੀ ਰਹੇ ਆ। 1997 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸੀ, ਉਸ ਵੇਲੇ ਟੌੜਾ ਸਾਹਿਬ ਦੇ ਜਿਹੜੇ ਉਹਨਾਂ ਨੂੰ ਜਿਹੜਾ ਵਿਧਾਨ ਸਭਾ ਦੀਆਂ ਟਿਕਟਾਂ ਦੇ ਵਿੱਚ ਵੀ ਉਹਨਾਂ ਨੂੰ ਕੁਝ ਕੋਟਾ ਦਿੱਤਾ ਗਿਆ ਸੀਗਾ ਕਿ ਤੁਸੀਂ ਆਪਣੇ ਜਿਹੜੇ ਆ ਆਪਣੇ ਧੜੇ ਦੇ ਕਹਿ ਲਓ ਜਾਂ ਆਪਣੀ ਮਰਜ਼ੀ ਦੇ ਬੰਦਿਆਂ ਨੂੰ ਜਿਹੜੀਆਂ ਟਿਕਟਾਂ ਦੇ ਸਕਦੇ ਹੋ ਜਾਂ ਦਵਾ ਸਕਦੇ ਹੋ। ਸੋ ਉਹਨਾਂ ਦਾ ਵੀ ਅਕਾਲੀ ਦਲ ਦੀ ਰਾਜਨੀਤੀ ਦੇ ਵਿੱਚ ਬਰਾਬਰ ਯੋਗਦਾਨ ਰਿਹਾ। ਔਰ ਜਦੋਂ ਕਦੇ ਵੀ ਅਕਾਲੀ ਦਲ ਦੇ ਉੱਤੇ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਹਾਵੀ ਹੋਣ ਦੀ ਕੋਸ਼ਿਸ਼ ਕਰਦੀ ਸੀ ਤਾਂ ਗੁਰਚਰਨ ਸਿੰਘ ਟੌੜਾ ਹੀ ਸਨ ਜਿਹੜੇ ਸਟੇਟਮੈਂਟਾਂ ਦੇ ਕੇ ਭਾਰਤੀ ਜਨਤਾ ਪਾਰਟੀ ਨੂੰ ਮਰਿਆਦਾ 'ਚ ਰਹਿਣ ਦਾ ਚੇਤਾ ਕਰਵਾਉਂਦੇ ਸਨ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਕਰਨ ਦਾ ਇੱਕ ਵੱਖਰਾ ਤਰੀਕਾ ਸੀ। ਅਸੀਂ ਜਾਣਦੇ ਹਾਂ ਉਹ ਇਸ ਦੁਨੀਆ 'ਚ ਨਹੀਂ ਰਹੇ। ਉਹਨਾਂ ਦੀ ਰਾਜਨੀਤੀ ਦੇ ਬਹੁਤ ਸਾਰੇ ਜਿਹੜੇ ਆ ਔਗੁਣ ਵੀ ਸਨ। ਸੋ ਉਹ ਇੱਕ ਵੱਖਰਾ ਮੈਟਰ, ਪਰ ਉਹਨਾਂ ਦਾ ਇੱਕ ਖਾਸਾ ਸੀਗਾ ਕਿ ਬਾਦਲ ਉਦਾਰ ਰਾਜਨੀਤੀ ਦਾ ਪ੍ਰਤੀਕ ਰਹੇ ਆ। ਇਸੇ ਕਾਰਨ ਹੀ ਜਿਹੜਾ ਉਹ ਲੰਬਾ ਸਮਾਂ ਪੰਜਾਬ ਦੀ ਰਾਜਨੀਤੀ ਦੇ ਨਾਲ ਨਾਲ ਭਾਰਤ ਦੀ ਖੇਤਰੀ ਰਾਜਨੀਤੀ ਦੇ ਵਿੱਚ ਵੀ ਇੱਕ ਵੱਡਾ ਹਸਤਾਖਰ ਰਹੇ। ਔਰ ਪ੍ਰਕਾਸ਼ ਸਿੰਘ ਬਾਦਲ ਉਦਾਰ ਰਾਜਨੀਤੀ ਦੇ ਜਿਹੜੇ ਪ੍ਰਤੀਕ ਹੋਣ ਕਰਕੇ ਉਹ ਕਈ ਵਾਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉਹਨਾਂ ਦੇ ਗੱਠਜੋੜ ਲੀਡਰ ਜਿਹੜੇ ਕੇਂਦਰੀ ਆਗੂ ਆ ਉਹ ਬਿਆਨ ਦੇ ਦਿੰਦੇ ਸਨ, ਤਾਂ ਪਰ ਉਹ ਜਦੋਂ ਧਰਮ ਦੇ ਵਿੱਚ ਦਖਲ ਬਾਰੇ ਬਿਆਨ ਦਿੰਦੇ ਸਨ ਤਾਂ ਗੁਰਚਰਨ ਸਿੰਘ ਟੌੜਾ ਸਟੇਟਮੈਂਟ ਦੇ ਕੇ ਉਹਨਾਂ ਨੂੰ ਮਰਿਆਦਾ 'ਚ ਰਹਿਣ ਦਾ ਚੇਤਾ ਕਰਵਾਉਂਦੇ ਸਨ। ਇਸ ਤੋਂ ਇਲਾਵਾ ਬਹੁਤ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਏ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਾਂ ਦੇ ਨਾਲ ਰਲ ਕੇ ਜਿਹੜਾ ਵਾ ਉਹ ਜਿਹੜਾ ਰਾਜਨੀਤੀ ਵਿੱਚ ਵੀ ਮਾਰਗਦਰਸ਼ਨ ਕਰਦੇ ਰਹੇ ਆ। ਸੋ ਇਹ ਮੈਨੂੰ ਲੱਗਦਾ ਕਿ ਇਹ ਕੋਈ ਵੱਡਾ ਮੈਟਰ ਨਹੀਂ ਹੈਗਾ ਕਿ ਅਕਾਲੀ ਦਲ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਧਾਨ ਆ ਉਹ ਵੋਟਾਂ ਮੰਗੇ। ਪਰ ਇਹ ਮੈਟਰ ਜ਼ਰੂਰ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖੁਦ ਮੁਖਤਿਆਰ ਸੰਸਥਾ ਵਜੋਂ ਜਿਹੜਾ ਸਿੱਖਾਂ ਦੇ ਧਰਮ ਪ੍ਰਚਾਰ ਪ੍ਰਸਾਰ ਦੇ ਲਈ ਜਿਹੜਾ ਉਹ ਕੰਮ ਕਰਨ ਦਾ ਮਾਹੌਲ ਦੇਣ ਦੀ ਲੋੜ ਆ। ਔਰ ਰਾਜਨੀਤਿਕ ਤੌਰ ਤੇ ਅਕਾਲੀ ਦਲ ਨੂੰ ਵੀ ਜਿਹੜਾ ਪੰਥਕ, ਕਿਉਂਕਿ ਅੱਜ ਆਲੋਚਨਾ ਤਾਂ ਹੀ ਹੋ ਰਹੀ ਆ, ਇੱਕ ਕਾਰਨ ਇਹ ਵੀ ਆ ਆਲੋਚਨਾ ਦਾ ਕਿ ਅਕਾਲੀ ਦਲ ਤੋਂ ਜੋ ਸਿੱਖ ਕੌਮ ਧਾਰਮਿਕ ਖੇਤਰ ਦੇ ਵਿੱਚ ਪ੍ਰਤੀਨਿਧਤਾ ਦੀ ਤਵੱਕੋਂ ਕਰਦੀ ਆ, ਅਕਾਲੀ ਦਲ ਵੀ ਉਸ ਦੇ ਵਿੱਚ ਸਿੱਖਾਂ ਦਾ ਭਰੋਸਾ ਪੂਰੀ ਤਰ੍ਹਾਂ ਜਿੱਤਣ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ। ਔਰ ਇਸੇ ਕਾਰਨ ਹੀ ਅਕਾਲੀ ਦਲ ਦੀ ਅੱਜ ਸਥਿਤੀ ਇੰਨੀ ਇਦਾਂ ਦੀ ਹੋ ਚੁੱਕੀ ਆ ਕਿ ਅਕਾਲੀ ਦਲ ਇੱਕ ਆਪਣੀ ਹੋਂਦ ਦੇ ਸੰਕਟ ਦੇ ਜਿਹੜਾ ਰੂਬਰੂ ਚੱਲ ਰਿਹਾ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ
ਜੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਮੰਗਦੀ ਆ ਤਾਂ ਉਹ ਵੀ ਉਹਨੂੰ ਮੁਬਾਰਕ ਆ, ਪਰ ਇਸ ਦੇ ਨਾਲ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਧਾਰਮਿਕ ਤੌਰ ਤੇ, ਪੰਥਕ ਤੌਰ ਤੇ ਵੀ ਜਿਹੜਾ ਆਪਣੇ ਏਜੰਡੇ ਵੱਲ ਪਰਤਣ ਲਈ ਜਿਹੜਾ ਉਹਦਾ ਮਾਰਗਦਰਸ਼ਨ ਕਰਨਾ ਚਾਹੀਦਾ ਹੈ। ਬੁੱਟਰ ਸਾਹਿਬ, ਮੇਰਾ ਇੱਕ ਖਾਸ ਸਵਾਲ ਹੈ ਕਿ ਜਿਵੇਂ ਸ਼੍ਰੋਮਣੀ ਅਕਾਲੀ ਦਲ ਹੈ, ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਧਿਰ ਤੋਂ ਪੰਜਾਬੀ ਪਾਰਟੀ ਦੇ ਵਿੱਚ ਬਦਲ ਦਿੱਤਾ ਗਿਆ ਸੀ, ਤਾਂ ਕੀ ਅਜਿਹੇ ਹਾਲਾਤਾਂ ਦੇ ਵਿੱਚ ਚੋਣ ਪ੍ਰਚਾਰ ਕਰਨਾ ਜ਼ਰੂਰੀ ਹੈ? ਅਜਿਹੇ ਹਾਲਾਤਾਂ ਦੇ ਵਿੱਚ ਇੱਕ ਸਿੱਖਾਂ ਦੀ ਸਿਰਮੌਰ ਸੰਸਥਾ ਦਾ ਇੱਕ ਆਗੂ ਹੋਵੇ ਅਤੇ ਉਹ ਇੱਕ ਪਤਿਤ ਵਿਅਕਤੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰੇ। ਮੰਨ ਲਓ ਜੇਕਰ ਕੱਲ੍ਹ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕੋਈ ਅਜਿਹੀ ਧਿਰ ਜਿੱਤਦੀ ਹੈ, ਚੋਣਾਂ ਦੇ ਵਿੱਚ ਚੋਣਾਂ ਹੁੰਦੀਆਂ ਨੇ, ਜਿਹੜੀ ਧਿਰ ਆਮ ਆਦਮੀ ਪਾਰਟੀ ਦੀ ਸਪੋਰਟਰ ਹੋਵੇ, ਜਿਹੜੀ ਧਿਰ ਬੀਜੇਪੀ ਦੀ ਸਪੋਰਟਰ ਹੋਵੇ, ਕਿ ਜੇਕਰ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਉਹਨਾਂ ਪਾਰਟੀ ਦੇ ਲਈ, ਉਹਨਾਂ ਦੇ ਲਈ ਚੋਣ ਪ੍ਰਚਾਰ ਕਰੇਗਾ, ਕਿ ਉਦੋਂ ਅਕਾਲੀ ਦਲ ਸਵਾਲ ਨਹੀਂ ਖੜਾ ਕਰੇਗਾ? ਦੇਖੋ ਮਨਦੀਪ ਜੀ, ਤੁਹਾਡੀ ਇਹ ਗੱਲ ਤੇ ਠੀਕ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਜਦੋਂ ਅਕਾਲੀ ਦਲ ਨੇ ਆਪਣੇ ਆਪ ਨੂੰ ਪੰਥਕ ਤੋਂ ਪੰਜਾਬੀ ਪਾਰਟੀ ਐਲਾਨ ਦਿੱਤਾ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਿਹੜਾ ਉਹ ਵੋਟ ਮੰਗਦਾ, ਕਿਉਂ ਮੰਗਦਾ? ਇਹ ਗੱਲ ਤੇ ਇੱਥੋਂ ਤੱਕ ਤੇ ਵਾਜਬ ਆ। ਪਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਵੀ ਕੱਲ ਨੂੰ ਭਾਰਤੀ ਜਨਤਾ ਪਾਰਟੀ ਦੀ ਸਮਰਥਿਤ ਪਾਰਟੀ ਜਿਹੜੀ ਆ ਉਹ ਸ਼੍ਰੋਮਣੀ ਕਮੇਟੀ ਦੀ ਸੱਤਾ 'ਚ ਆ ਜਾਏ ਜਾਂ ਆਮ ਆਦਮੀ ਪਾਰਟੀ ਦੀ ਆ ਜਾਏ, ਕਿ ਉਹ ਵੀ ਵੋਟਾਂ ਮੰਗ ਸਕੇਗੀ? ਉਹਦਾ ਜਵਾਬ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਇੱਕ ਪੰਥਕ ਪਾਰਟੀ ਵਜੋਂ ਹੋਂਦ 'ਚ ਆਇਆ ਸੀ। ਇਹ ਵੱਖਰੀ ਗੱਲ ਆ ਕਿ ਉਹਨਾਂ ਨੇ ਵੋਟਾਂ ਦੇ ਲਈ ਜਾਂ ਰਾਜ ਸੱਤਾ 'ਚ ਆਉਣ ਦੇ ਲਈ ਇੱਕ ਮੌਕਾ ਪ੍ਰਸਤ ਰਾਜਨੀਤੀ ਵਜੋਂ ਜਿਹੜਾ ਇਹਨੂੰ ਪੰਜਾਬੀ ਪਾਰਟੀ ਵਿੱਚ ਪਰਿਵਰਤਿਤ ਕਰ ਦਿੱਤਾ। ਪਰ ਇਸ ਦੇ ਬਾਵਜੂਦ ਅਕਾਲੀ ਦਲ ਦਾ ਪੰਥ ਨਾਲੋਂ ਨਾਤਾ ਨਹੀਂ ਟੁੱਟਿਆ। ਇਸੇ ਕਾਰਨ ਹੀ 1997 ਦੇ ਵਿੱਚ, 2007 ਦੇ ਵਿੱਚ, 2012 ਦੇ ਵਿੱਚ ਅਕਾਲੀ ਦਲ ਸੱਤਾ 'ਚ ਆਇਆ, ਲਗਾਤਾਰ 3 ਵਾਰ ਆਇਆ। ਔਰ ਬਿਨਾਂ ਸ਼ੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਔਰ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇਣ, ਇਹ 2 ਫੈਸਲਿਆਂ ਤੋਂ ਇਲਾਵਾ ਅਕਾਲੀ ਦਲ ਦੇ ਰਾਜ ਦੇ ਵਿੱਚ ਬਹੁਤ ਸਾਰੇ ਕਾਰਜ ਇਹੋ ਜਿਹੇ ਵੀ ਹੋਏ ਆ ਕਿ ਜਿਹੜੇ ਦੂਜੇ ਰਾਜਾਂ ਦੇ ਵਿੱਚ ਸਿੱਖਾਂ ਦੇ ਹਿੱਤ ਵਿੱਚ ਨਹੀਂ ਹੋਏ। ਜਿਵੇਂ ਕਿ ਅਨੰਦਪੁਰ ਸਾਹਿਬ ਜਿਹੜੀ ਖਾਲਸਾ ਪੰਥ ਦੀ 300 ਸਾਲਾ ਸਾਜਨਾ ਸ਼ਤਾਬਦੀ ਮਨਾਈ ਗਈ ਸੀ 1999 ਦੇ ਵਿੱਚ, ਉਹ ਵੀ ਅਕਾਲੀ ਦਲ ਦੇ ਰਾਜ ਵਿੱਚ ਮਨਾਈ ਗਈ ਸੀ। ਔਰ ਅਨੰਦਪੁਰ ਸਾਹਿਬ ਦੀ ਇੰਨੀ ਵੱਡੀ ਪੱਧਰ ਤੇ ਕਾਇਆ ਕਲਪ ਹੋਈ ਔਰ ਦੁਨੀਆ ਦੇ ਨਕਸ਼ੇ ਤੇ ਇੱਕ ਸੁੰਦਰ ਸ਼ਾਂਤ ਸ਼ਹਿਰ ਵਜੋਂ ਅਨੰਦਪੁਰ ਸਾਹਿਬ ਉੱਭਰਿਆ। ਔਰ ਵਿਰਾਸਤ-ਏ ਖਾਲਸਾ ਇੱਥੇ ਜਿਹੜਾ 300 ਕਰੋੜ ਤੋਂ ਵੱਧ ਲਾਗਤ ਨਾਲ ਤਿਆਰ ਕੀਤਾ ਗਿਆ, ਉਹਨੂੰ ਦੇਖਣ ਲਈ ਰੋਜ਼ਾਨਾ ਲਗਭਗ 7-8 ਹਜ਼ਾਰ ਸੈਲਾਨੀ ਆਉਂਦਾ ਆ। ਉਹ ਇਸ ਤੋਂ ਇਲਾਵਾ ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ ਯਾਦਗਾਰ, ਚੱਪੜਚਿੜੀ ਦੀ ਯਾਦਗਾਰ, ਵਿਰਾਸਤੀ ਮਾਰਗ ਦਰਬਾਰ ਸਾਹਿਬ ਨੂੰ ਜਾਂਦਾ, ਫਿਰ ਦਰਬਾਰ ਸਾਹਿਬ ਦੇ ਬਾਹਰ ਗੋਲਡਨ ਪਲਾਜ਼ਾ। ਹਾਲਾਂਕਿ ਉਹ ਇਹਨਾਂ ਸਾਰੇ ਕਾਰਜਾਂ ਦੇ ਵਿੱਚ ਕੁਝ ਭਵਨ ਨਿਰਮਾਣ ਕਲਾ, ਕੁਝ ਆਰਕੀਟੈਕਟ ਦੇ ਮਸਲਿਆਂ ਤੇ ਤਾਂ ਅਕਾਲੀ ਦਲ ਦੀ ਨੁਕਤਾਚੀਨੀ ਹੁੰਦੀ ਰਹੀ ਆ ਕਿ ਜਿਵੇਂ ਉਸ ਕੁਝ ਚੀਜ਼ਾਂ ਜਿਹੜੀਆਂ ਸਿਰਫ ਭਵਨ ਨਿਰਮਾਣ ਕਲਾ ਦੇ ਨਾਲ ਪੂਰੀ ਤਰ੍ਹਾਂ ਮੇਲ ਨਹੀਂ ਖਾਂਦੀਆਂ। ਪਰ ਇਸ ਦੇ ਬਾਵਜੂਦ ਜੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਅੱਜ ਜਦੋਂ ਸੰਗਤ ਜਾਂਦੀ ਆ ਤਾਂ ਇੱਕ ਵਧੀਆ ਮਾਹੌਲ, ਜਦੋਂ ਵਾਤਾਵਰਨ, ਜਦੋਂ ਦਰਬਾਰ ਸਾਹਿਬ ਨੂੰ ਅਸੀਂ ਜਾਂਦੇ ਆ ਤਾਂ ਇੱਕ ਖੁੱਲੀ ਡੁੱਲੀਆਂ ਸਟਰੀਟ ਨਜ਼ਰ ਆਉਂਦੀ ਆ ਔਰ ਵਧੀਆ ਮਾਹੌਲ ਨਜ਼ਰ ਆਉਂਦਾ। ਤਾਂ ਇਹਦੇ ਵਿੱਚ ਲੋਕ ਕਿਤੇ ਨਾ ਕਿਤੇ ਅਕਾਲੀ ਦਲ ਦੀ ਸਰਕਾਰ ਦਾ ਹੀ ਜਿਹੜਾ ਉਹਦੇ ਵਿੱਚ ਜਿਹੜਾ ਇੱਕ ਤਰੱਦਦ ਮੰਨਿਆ ਜਾਂਦਾ, ਉਹਨਾਂ ਦੀ ਕੋਸ਼ਿਸ਼ ਸਦਕਾ ਸੀ। ਔਰ ਇਸ ਦੇ ਬਾਵਜੂਦ ਅਕਾਲੀ ਦਲ ਨੇ ਜਿਹੜੀਆਂ ਸਿਆਸੀ ਤੌਰ ਤੇ ਗਲਤੀਆਂ ਵੀ ਕੀਤੀਆਂ, ਜਿਵੇਂ ਜਿਹੜੇ ਪੰਥਕ ਹਿੱਤ ਸੀਗੇ, ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ ਸੀ, ਪਾਣੀਆਂ ਦਾ ਮਸਲਾ ਸੀ, ਚੰਡੀਗੜ੍ਹ ਦਾ ਮਸਲਾ ਸੀ, ਰਾਜਧਾਨੀ ਦਾ ਮਸਲਾ ਸੀ, ਉਹਦੇ ਤੇ ਉਸ ਇੱਛਾ ਸ਼ਕਤੀ ਦੇ ਨਾਲ ਅਕਾਲੀ ਦਲ ਪੈਰਵਾਈ ਨਹੀਂ ਕਰ ਸਕਿਆ ਜਿਸ ਇੱਛਾ ਸ਼ਕਤੀ ਦੇ ਨਾਲ ਰਾਜ ਸੱਤਾ ਦੇ ਵਿੱਚ ਹੋਣ ਦੇ ਨਾਤੇ ਉਹਨਾਂ ਨੂੰ ਹੋਣਾ ਚਾਹੀਦਾ ਸੀ। ਪਰ ਅਸੀਂ ਫਿਰ ਗੱਲ ਉੱਥੇ ਆਉਂਦੇ ਆ ਕਿ ਵੋਟਾਂ ਮੰਗਣ ਦਾ ਜਿਹੜੀ ਗੱਲ ਹੈ ਨਾ, ਕਿ ਵੋਟਾਂ ਅਕਾਲੀ ਦਲ ਦਾ ਉਮੀਦਵਾਰ ਹੋਵੇ ਤਾਂ ਉਹਦੇ ਹੱਕ 'ਚ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੋਟਾਂ ਮੰਗੇ, ਕਿਸੇ ਨੂੰ ਕੋਈ ਉਜਰ ਨਾ ਹੋਵੇ, ਬਸ਼ਰਤੇ ਅਕਾਲੀ ਦਲ ਨੂੰ ਜਿਹੜਾ ਪੰਜਾਬੀ ਪਾਰਟੀ ਤੋਂ ਮੁੜ ਪੰਥਕ ਪਾਰਟੀ ਵੱਲ ਪਰਤਣਾ ਪਏਗਾ। ਔਰ ਇਸ ਤੋਂ ਬਗੈਰ ਅਕਾਲੀ ਦਲ ਦਾ ਜਿਹੜਾ ਆ ਉਹ ਹੋਂਦ ਹਸਤੀ ਜਿਹੜੀ ਮੁੜ ਕਾਇਮ ਨਹੀਂ ਹੋ ਸਕਣੀ। ਇਹ ਗੱਲ ਪ੍ਰਤੱਖ ਹੋ ਚੁੱਕੀ ਆ 2017 ਦੀਆਂ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ। ਹੁਣ ਜਿਹੜੀ ਗੱਲ ਤੁਸੀਂ ਕੀਤੀ ਪਤਤ ਵਾਲੀ, ਮੇਰੇ ਖਿਆਲ ਦੇ ਵਿੱਚ ਪਤਤ ਵਾਲੀ ਕੋਈ ਇਹੋ ਜਿਹੀ ਗੱਲ ਨਹੀਂ ਆ, ਕਿਉਂਕਿ ਸਿੱਖ ਜਿੱਥੇ ਅਕਾਲੀ ਦਲ ਦੇ ਸੰਵਿਧਾਨ ਦੇ ਵਿੱਚ ਇਹ ਗੱਲ ਲਿਖੀ ਆ ਕਿ ਜਿੱਥੇ ਆਪਣੇ ਜਿਹੜੇ ਸਿੱਖ ਅਕਾਲੀ ਨੇ ਉਹ ਪੂਰੇ ਆਪਣੀ ਰਹਿਤ ਬਹਿਤ ਦੇ ਵਿੱਚ ਪੱਕੇ ਹੋਣ, ਉੱਥੇ ਸਹਿਜਧਾਰੀ ਜਾਂ
ਗੈਰ ਸਿੱਖਾਂ ਨੂੰ ਵੀ ਨਾਲ ਲੈਣ ਦੀ ਗੱਲ ਕੀਤੀ, ਸਰਬੱਤ ਦੇ ਭਲੇ ਦੀ ਗੱਲ ਕੀਤੀ, ਸਾਂਝੀਵਾਲਤਾ ਦੀ ਗੱਲ ਕੀਤੀ ਅਕਾਲੀ ਦਲ ਦੇ ਜੀ। ਸੰਵਿਧਾਨ 'ਚ। ਤੇ ਬਸ ਇਹ ਗੱਲ ਜ਼ਰੂਰ ਸੀਗੀ ਕਿ ਕੋਈ ਵੀ ਅਜਿਹਾ ਵਿਅਕਤੀ ਅਕਾਲੀ ਦਲ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਜਿਹੜਾ ਅਕਾਲੀ ਦਲ ਦੀ ਪਾਲਿਸੀ ਦੇ ਖਿਲਾਫ ਜਾਂ ਅਕਾਲੀ ਦਲ ਦੇ ਸਿਧਾਂਤਾਂ ਦੇ ਖਿਲਾਫ ਸੋਚ ਰੱਖਦਾ ਹੋਵੇ। ਸੋ ਇਹ ਗੱਲ ਜ਼ਿਆਦਾ ਮੈਟਰ ਕਰਦੀ ਹੈ, ਇਸ ਦੀ ਬਜਾਏ ਕਿ ਉਹ ਉਮੀਦਵਾਰ ਪਤਿਤ ਆ ਜਾਂ ਨਹੀਂ ਪਤਿਤ। ਇਸ ਦੀ ਬਜਾਏ ਇਹ ਜ਼ਿਆਦਾ ਮੈਟਰ ਕਰਦੀ ਕਿ ਉਹਦੀ ਸੋਚ ਪੰਥ ਪ੍ਰਤੀ, ਅਕਾਲੀ ਦਲ ਦੇ ਜਿਹੜਾ ਬੁਨਿਆਦੀ ਖਾਸਾ ਆ ਉਹਦੇ ਪ੍ਰਤੀ, ਉਹਦੀ ਪਾਲਿਸੀ ਪ੍ਰੋਗਰਾਮ ਪ੍ਰਤੀ ਕੀ ਸੋਚ ਆ। ਸੋ ਜਿਹੜਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਇਸ ਗੱਲ ਤੇ ਕੁਝ ਆਤਮ ਚਿੰਤਨ ਕਰਨਾ ਵੀ ਚਾਹੀਦਾ ਕਿ ਜੇ ਉਹ ਵਿਰੋਧ ਹੋ ਰਿਹਾ, ਕੁਝ ਬਹੁਤ ਹੱਦ ਤੱਕ ਤਾਂ ਸਿਆਸੀ ਵਿਰੋਧ ਵੀ ਆ, ਪਰ ਕੁਝ ਹੱਦ ਤੱਕ ਇਹਦੇ ਪਿੱਛੇ ਕਾਰਨ ਵੀ ਆ। ਕਾਰਨ ਇਹੀ ਆ ਕਿ ਅਕਾਲੀ ਦਲ ਨੂੰ ਮੁੜ ਪੰਥਕ ਖਾਸੇ ਵੱਲ ਪਰਤਣ ਦੀ ਲੋੜ ਆ, ਤੇ ਜੇ ਉਹ ਪੰਥਕ ਖਾਸੇ ਵੱਲ ਪਰਤਦਾ ਤਾਂ ਪੰਥ ਨਾਲ ਜੁੜੇਗਾ। ਤਾਂ ਫਿਰ ਜਿਹੜੇ ਸਿਆਸੀ ਵਿਰੋਧ ਕਰਦੇ ਆ ਵਿਰੋਧੀ ਪਾਰਟੀਆਂ ਵਾਲੇ, ਤਾਂ ਉਹਨਾਂ ਨੂੰ ਵੀ ਮੌਕਾ ਨਾ ਮਿਲੇ ਇਹੋ ਜਿਹੇ ਜਿਹੜੇ ਬੇਬੁਨਿਆਦ ਵਿਰੋਧ ਕਰਨ ਦਾ। ਬੁੱਟ ਸਾਹਿਬ, ਸਮਾਂ ਹੋ ਚੁੱਕਿਆ, ਪਰ ਮੈਂ ਜਾਣ ਤੋਂ ਪਹਿਲਾਂ ਇੱਕ ਸਵਾਲ ਦਾ ਜਵਾਬ ਲੈਣਾ ਚਾਹੁੰਦਾ ਹਾਂ ਕਿ ਭਗਵੰਤ ਮਾਨ ਜਿਸ ਤਰ੍ਹਾਂ SGPC ਦੇ ਪ੍ਰਧਾਨ ਦਾ ਵਿਰੋਧ ਕਰਦੇ ਨੇ, ਜਿਸ ਤਰ੍ਹਾਂ ਉਹਨਾਂ ਨੇ ਕਈ ਵਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਦਾ ਵੀ ਵਿਰੋਧ ਕੀਤਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਸਭ ਤੋਂ ਵੱਡੀ ਸੰਸਥਾ ਜਿਹੜੀ ਧਾਰਮਿਕ ਅਤੇ ਰਾਜਨੀਤਿਕ ਪੱਧਰ ਦੇ ਉੱਤੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ। ਭਗਵੰਤ ਮਾਨ ਆਪ ਇੱਕ ਸਿੱਖ ਨੇ, ਪਰ ਭਗਵੰਤ ਮਾਨ ਦੇ ਇਸ ਵਿਰੋਧ ਦੇ ਮਗਰ ਦੀ ਭਾਵਨਾ ਇਹ ਸਿੱਖੀ ਪ੍ਰਤੀ ਤੁਹਾਨੂੰ ਪਿਆਰ ਨਜ਼ਰ ਆਉਂਦਾ ਇਸ ਦੇ ਵਿੱਚ, ਜਾਂ ਫਿਰ ਇੱਕ ਧਿਰ ਦੇ ਵਜੋਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਕਿ ਉਹਨਾਂ ਦੇ ਇੱਕ ਵਿਰੋਧੀ ਧਿਰ ਦੇ ਵਜੋਂ ਉਹ SGPC ਦਾ ਜਾਂ ਅਕਾਲ ਤਖਤ ਸਾਹਿਬ ਦੇ ਨਾਲ ਜਿਵੇਂ ਗੱਲ ਕੀਤੀ ਜਾਂਦੀ ਹੈ ਕਿ ਟੱਕਰ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਤਰ੍ਹਾਂ ਦਾ ਪ੍ਰਚਾਰ ਵੀ ਕੀਤਾ ਜਾ ਰਿਹਾ, ਤੁਹਾਨੂੰ ਕੀ ਨਜ਼ਰ ਆਉਂਦਾ? ਦੇਖੋ, ਭਗਵੰਤ ਮਾਨ ਦਾ ਜਿਹੜਾ ਪੰਜਾਬ ਦੇ ਵਿੱਚ ਇੱਕ ਨਵਾਂ ਰਾਜਨੀਤਿਕ ਸੱਭਿਆਚਾਰ ਸਿਰਜਣ ਦੇ ਵਿੱਚ ਇੱਕ ਵੱਡਾ ਯੋਗਦਾਨ ਰਿਹਾ, ਜਿਹੜਾ ਸੱਭਿਆਚਾਰ ਰਾਜਨੀਤਿਕ ਆਗੂਆਂ ਨੂੰ ਜਿਹੜਾ ਵਾ ਪਿੰਡਾਂ ਦੇ ਪਰਿਆਂ ਦੇ ਵਿੱਚ ਘੇਰਨ ਦੀ ਗੱਲ ਕਰਦਾ ਸੀ, ਔਰ ਜਿਸ ਸੱਭਿਆਚਾਰ ਨੇ ਲੋਕਾਂ ਨੂੰ ਰਾਜਨੀਤਿਕ ਲੀਡਰਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨੀ ਸਿਖਾਈ, ਔਰ ਜਿਨ੍ਹਾਂ ਨੇ ਸਵਾਲ ਜਵਾਬ ਕਰਨੇ ਸਿਖਾਏ। ਔਰ ਇਸ ਦੇ ਨਾਲ ਨਾਲ ਉਸ ਸੱਭਿਆਚਾਰ ਦਾ ਇੱਕ ਦੋਸ਼ ਵੀ ਆ ਕਿ ਉਹਨੇ ਇੱਕ ਰਾਜਨੀਤਿਕ ਮਰਿਆਦਾ ਵੀ ਹੁੰਦੀ ਆ, ਉਸ ਮਰਿਆਦਾ ਨੂੰ ਵੀ ਤੋੜਿਆ। ਜਿੱਦਾਂ ਪਹਿਲਾਂ ਲੋਕ ਜਿਹੜਾ ਅਕਾਲੀ ਦਲ ਦੇ ਆਗੂਆਂ ਦੇ ਉੱਤੇ ਜਿਹੜੇ ਆ ਹਿੰਸਕ ਹਮਲੇ ਹੁੰਦੇ ਰਹੇ, ਲੋਕ ਪਿੰਡਾਂ 'ਚ ਡਲੇ ਮਾਰਦੇ ਰਹੇ, ਢੀਮਾਂ ਮਾਰਦੇ ਰਹੇ, ਗੱਡੀਆਂ ਭੰਨਦੇ ਰਹੇ, ਫਿਰ ਕਾਂਗਰਸ ਦੇ ਨਾਲ ਵੀ ਏਦਾਂ ਹੋਇਆ। ਤੇ ਇਹ ਸਾਰਾ ਸੱਭਿਆਚਾਰ ਦੀ ਜਿਹੜਾ ਇਹ ਦੇਣ ਹੈ ਭਗਵੰਤ ਮਾਨ ਦੀ, ਔਰ ਅੱਜ ਭਗਵੰਤ ਮਾਨ ਖੁਦ ਵੀ ਉਸੇ ਸੱਭਿਆਚਾਰ ਦੇ ਸ਼ਿਕਾਰ ਹੋਏ ਆ। ਤੁਸੀਂ ਵੇਖੋ 2 ਦਿਨ ਪਹਿਲਾਂ ਜਿਮਨੀ ਚੋਣ ਜਲੰਧਰ ਦੇ ਵਿੱਚ ਵੀ ਉਹਨਾਂ ਦੀ ਬੜੀ ਜਿਹੜੀ ਆ ਫਜ਼ੀਹਤ ਹੋਈ ਆ, ਜਦੋਂ ਉਹ ਇੱਕ ਰੋਡ ਸ਼ੋਅ ਕੱਢ ਰਹੇ ਸਨ ਤਾਂ ਸਿੱਖ ਕਾਰਕੁਨਾਂ ਨੇ, ਕੁਝ ਪੰਥਕ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ ਕਾਲੀਆਂ ਝੰਡੀਆਂ ਨਾਲ, ਔਰ ਬੜੀਆਂ ਭੱਦੀਆਂ ਟਿੱਪਣੀਆਂ ਦੇ ਨਾਲ ਜਿਹੜਾ ਉਹਨਾਂ ਦਾ ਵਿਰੋਧ ਕੀਤਾ ਗਿਆ। ਸੋ ਭਗਵੰਤ ਮਾਨ ਦਾ ਪੰਜਾਬ ਦੇ ਵਿੱਚ ਜਿਹੜੀ ਇੱਕ ਫਰਸਟ੍ਰੇਟ ਹੋ ਚੁੱਕੇ ਸੀਗੇ ਲੋਕ ਵੱਖ-ਵੱਖ ਸਿਆਸੀ ਪਾਰਟੀਆਂ ਤੋਂ, ਉਹਨਾਂ ਨੂੰ ਇੱਕ ਆਸ ਦੀ ਕਿਰਨ ਵਜੋਂ ਨਜ਼ਰ ਆਏ ਸਨ ਜਦੋਂ ਭਗਵੰਤ ਮਾਨ ਨੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਸਵਾਲ ਕਰਨ ਦਾ ਲੋਕਾਂ ਦੇ ਵਿੱਚ ਇੱਕ ਹੌਸਲਾ ਬੁਲੰਦ ਕੀਤਾ। ਪਰ ਇਹ ਭਗਵੰਤ ਮਾਨ ਦੀ ਜਿਹੜੀ ਜੇ ਅੱਜ ਉਹ ਸਾਰੀ ਰੋਟੇਸ਼ਨ ਦੇ ਵਿੱਚ ਲਗਾਤਾਰਤਾ ਦੇ ਵਿੱਚ ਗੱਲ ਕਰੀਏ ਤਾਂ ਅੱਜ ਇਹ ਗੱਲ ਨਜ਼ਰ ਆਉਂਦੀ ਹੈ ਕਿ ਸਾਰਾ ਕੁਝ ਭਗਵੰਤ ਮਾਨ ਦਾ ਮਹਿਜ ਰਾਜਨੀਤਿਕ ਸਿਲਸਿਲੇ ਦੇ ਵਿੱਚ ਹੋਇਆ। ਉਹਨਾਂ ਦਾ ਜਿਹੜਾ, ਕਿਉਂਕਿ ਜਿਸ ਆਮ ਆਦਮੀ ਪਾਰਟੀ ਦੇ ਉਹ ਮੁੱਖ ਮੰਤਰੀ ਨੇ, ਕੱਲ ਸ਼੍ਰੋਮਣੀ ਕਮੇਟੀ ਦੇ ਵੀ ਮੇਰੇ ਖਿਆਲ ਕਿਸੇ ਆਗੂ ਨੇ ਸਟੇਟਮੈਂਟ ਦਿੱਤੀ ਆ ਕਿ ਭਗਵੰਤ ਮਾਨ ਨੇ ਪਹਿਲਾਂ ਉਹ ਮੁੱਖ ਮੰਤਰੀ ਆ ਜਿਨੇ ਸਿੱਖਾਂ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਅੰਮ੍ਰਿਤਪਾਲ ਸਿੰਘ ਦੀ ਆੜ ਦੇ ਵਿੱਚ ਦਿਬੜੂਗੜ੍ਹ ਭੇਜ ਦਿੱਤਾ। ਪ੍ਰਧਾਨ ਮੰਤਰੀ ਬਾਜੇਕੇ ਵਰਗੇ ਜਿਹੜੇ ਮੰਦਬੁੱਧੀ ਬੰਦੇ ਆ, ਜਿਹੜੇ ਸਧਾਰਨ ਜੇ ਪਿੰਡਾਂ ਦੇ ਵਿੱਚ ਜਿਹੜੇ ਆਮ ਕਿਰਦਾਰ ਤੁਸੀਂ ਵੇਖੋ ਪਿੰਡਾਂ 'ਚ ਸਧਾਰਨ ਜੇ ਵਿਅਕਤੀ ਹੁੰਦੇ ਆ, ਉਹ ਵਿਅਕਤੀ ਤੋਂ ਕਾਹਦਾ ਖਤਰਾ ਕਿ ਉਹ NSA ਲਾ ਕੇ ਉਹਨੂੰ ਦਿਬੜੂਗੜ੍ਹ ਭੇਜ ਦਿੱਤਾ? ਇਹ ਭਗਵੰਤ ਮਾਨ ਦੀ ਸਰਕਾਰ 'ਚ ਹੀ ਹੋਇਆ। ਉਹਨਾਂ ਨੇ ਸਵਾਲ ਕੀਤਾ ਕਿ ਜਿਹੜੇ ਬੇਅੰਤ ਨੌਜਵਾਨ, ਜਿਹੜੇ ਸੈਂਕੜੇ ਨੌਜਵਾਨ ਆ ਜਿਹੜੇ ਝੂਠੇ ਕੇਸਾਂ ਦੇ ਵਿੱਚ ਉਲਝਾ ਕੇ ਭਗਵੰਤ ਮਾਨ ਨੇ ਜੇਲ੍ਹਾਂ 'ਚ ਡੱਕੇ, ਔਰ ਇਸੇ ਭਗਵੰਤ ਮਾਨ ਦੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਆ ਜਿਨ੍ਹਾਂ ਦੇ ਦਸਤਖਤ ਨਾ ਕਰਨ ਦੀ ਵਜ੍ਹਾ ਕਾਰਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਆ ਉਹ ਰਿਹਾਈ ਜਿਹੜੀ ਉਹ ਰੁਕੀ ਹੋਈ ਆ। ਇਹ ਕੱਲ ਸਟੇਟਮੈਂਟ ਦੇ ਵਿੱਚ ਵੀ ਇੱਕ ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਦੇ ਇੱਕ ਆਗੂ ਨੇ ਇਹ ਦੋਸ਼ ਲਾਏ ਸਨ। ਸੋ ਇਹ ਗੱਲ ਕਿਤੇ ਨਾ ਕਿਤੇ ਵਿਚਾਰਨਯੋਗ ਆ ਕਿ ਜੇ ਭਗਵੰਤ ਮਾਨ ਪੰਥ ਦੇ ਇੰਨੇ ਹਿਤੈਸ਼ੀ ਆ, ਜੇਕਰ ਉਹ ਸਿੱਖਾਂ ਦੇ ਇੰਨੇ ਖੈਰਖਵਾਹ ਆ,
ਤਾਂ ਪੰਜਾਬ ਦੇ ਵਿੱਚ ਅੰਮ੍ਰਿਤਪਾਲ ਦੇ ਵਰਤਾਰੇ ਨੂੰ ਬੜੇ ਹੀ ਸਹਿਜ ਤਰੀਕੇ ਦੇ ਨਾਲ, ਬੜੇ ਪੇਸ਼ੇਵਰ ਤਰੀਕੇ ਦੇ ਨਾਲ ਵੀ ਜਿਹੜਾ ਉਹਨੂੰ ਸੁਲਝਾਇਆ ਜਾ ਸਕਦਾ ਸੀਗਾ, ਬਜਾਏ ਇਸ ਦੇ ਕਿ ਉਹਨਾਂ ਨੂੰ ਦੜਾ ਕੇ ਮਗਰ ਡਰਾ ਕੇ ਨੌਜਵਾਨਾਂ ਨੂੰ ਫੜੋ ਫੜੀ ਦੇ ਵਿੱਚ ਨਜਾਇਜ਼ ਪੰਜਾਬ ਦੇ ਵਿੱਚ ਦਹਿਸ਼ਤ ਦਾ ਮਾਹੌਲ ਕ੍ਰੀਏਟ ਕਰਨਾ, ਇਸ ਦੀ ਬਜਾਏ ਚੰਗੇ ਤਰੀਕੇ ਦੇ ਨਾਲ ਉਸ ਮਾਹੌਲ ਨੂੰ ਨਜਿੱਠਿਆ ਜਾ ਸਕਦਾ ਸੀ। ਔਰ ਦੂਜੀ ਗੱਲ ਕਿ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਬੰਧ ਵਿੱਚ ਮੁਹਾਲੀ ਚੰਡੀਗੜ੍ਹ ਦੇ ਬਾਰਡਰ ਦੇ ਉੱਤੇ ਪੰਥਕ ਜਥੇਬੰਦੀਆਂ ਦਾ ਇੱਕ ਵੱਡਾ ਮੋਰਚਾ ਲੱਗਾ ਹੋਇਆ, ਉਸ ਦੇ ਨਾਲ ਸ਼੍ਰੋਮਣੀ ਕਮੇਟੀ ਨੇ ਵੀ ਜਿਹੜੀ ਦਸਤਖਤ ਮੁਹਿੰਮ ਸ਼ੁਰੂ ਕੀਤੀ ਹੋਈ ਆ, ਚੱਲ ਰਹੀ ਆ। ਸੋ ਇਹਦੇ ਤੇ ਵੀ ਇਹ ਕੌਮ ਦੀਆਂ ਭਾਵਨਾਵਾਂ ਨੇ ਕਿ ਜਿਹੜੇ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਹੜੇ ਆ ਉਹ ਜੇਲ੍ਹ ਦੇ ਵਿੱਚ 30-32 ਸਾਲ ਤੋਂ ਬੰਦ ਆ, ਔਰ ਮਾਨਸਿਕ ਤੌਰ ਤੇ ਵੀ ਉਹਨਾਂ ਦੀ ਸਿਹਤ ਨਾਸਾਜ਼ ਚੱਲ ਰਹੀ ਆ। ਇਹ ਗੱਲਾਂ ਪਿਛਲੇ ਸਮੇਂ 'ਚ ਮੀਡੀਆ ਰਿਪੋਰਟਾਂ 'ਚ ਪ੍ਰਤੱਖ ਹੋ ਚੁੱਕੀਆਂ। ਸੋ ਕੇਜਰੀਵਾਲ ਜੇਕਰ ਇਹ ਗੱਲ ਸੱਚ ਆ ਕਿ ਉਹਨਾਂ ਦੀ ਦਸਤਖਤ ਨਾ ਕਰਨ ਕਰਕੇ ਰਿਹਾਈ ਰੁਕੀ ਆ, ਕੇਜਰੀਵਾਲ ਦੇ ਦਸਤਖਤ ਨਾ ਕਰਨ ਕਰਕੇ, ਤਾਂ ਇਹ ਸਵਾਲ ਉੱਠਣਾ ਸੁਭਾਵਿਕ ਆ ਕਿ ਕੇਜਰੀਵਾਲ ਨੂੰ ਫਿਰ ਕੀ ਖਤਰਾ ਲੱਗਦਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੋਂ। ਇਹੀ ਭਗਵੰਤ ਮਾਨ ਹੈ ਜਿਹੜਾ ਅਕਾਲੀ ਦਲ ਦੀ ਸਰਕਾਰ ਵੇਲੇ ਜਾ ਕੇ ਕਹਿੰਦਾ ਸੀਗਾ ਕਿ ਮੈਂ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਦੇ ਉੱਤੇ ਤੁਹਾਡੇ ਨਾਲ ਆ, ਅਕਾਲੀ ਦਲ ਰਿਹਾ ਨਹੀਂ ਕਰ ਰਿਹਾ ਬੰਦੀ ਸਿੰਘਾਂ ਨੂੰ, ਇਹਦੀ ਨੀਅਤ ਵਿੱਚ ਖੋਟ ਆ। ਤੇ ਅੱਜ ਭਗਵੰਤ ਮਾਨ ਦੇ ਅੱਗੇ ਸਵਾਲ ਖੜਾ ਹੁੰਦਾ ਕਿ ਅੱਜ ਕਿਸ ਦੀ ਨੀਅਤ ਵਿੱਚ ਖੋਟ ਆ, ਬੰਦੀ ਸਿੰਘਾਂ ਦੀ ਰਿਹਾਈ ਤੁਸੀਂ ਜਿਹੜੀ ਆ ਜੋ ਬਣਦੀ ਭੂਮਿਕਾ ਨਿਭਾ ਸਕਦੇ ਹੋ, ਤੁਹਾਡੀ ਪਾਰਟੀ ਨਿਭਾ ਸਕਦੀ ਆ, ਉਹ ਕਿਉਂ ਨਹੀਂ ਨਿਭਾ ਸਕਦੀ। ਅਗਲੀ ਗੱਲ, ਅਕਾਲ ਤਖਤ ਸਾਹਿਬ ਦਾ ਜਥੇਦਾਰ ਕੋਈ ਸਮੇਂ ਸਿਰ ਚੰਗਾ ਜਾਂ ਮਾੜਾ ਹੋ ਸਕਦਾ, ਪਰ ਜਿਹੜੀ ਉਹ ਪਦਵੀ ਆ, ਜਿਹੜਾ ਉਹ ਸਥਾਨ ਆ, 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਜਿਆ ਸਥਾਨ ਆ, ਉਸ ਸਥਾਨ ਦੇ ਉੱਤੇ ਜਿਹੜਾ ਬੈਠਾ ਵਿਅਕਤੀ ਆ, ਚਾਹੇ ਕੋਈ ਵੀ ਹੋਵੇ, ਉਸ ਸਥਾਨ ਦੇ ਉੱਤੇ ਬੈਠੇ ਵਿਅਕਤੀ ਦਾ ਸਤਿਕਾਰ ਉਸ ਦੀ ਪਦਵੀ ਕਰਕੇ ਆ, 6ਵੇਂ ਪਾਤਸ਼ਾਹ ਦੇ ਤਖਤ ਕਰਕੇ ਆ। ਔਰ ਭਗਵੰਤ ਮਾਨ ਨੇ ਜਿਸ ਤਰੀਕੇ ਦੇ ਨਾਲ ਜਦੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਬੰਦੀ ਜਿਹੜੇ ਨੌਜਵਾਨ ਜਿਹੜੇ ਫੜੋ ਫੜੀ ਸ਼ੁਰੂ ਹੋਈ ਸੀ ਅੰਮ੍ਰਿਤਪਾਲ ਸਿੰਘ ਦੇ ਨਾਮ ਦੇ ਉੱਤੇ ਨੌਜਵਾਨਾਂ ਦੀ, ਉਦੋਂ ਉਹਨਾਂ ਨੇ ਜਦੋਂ ਕਿਹਾ ਸੀਗਾ ਕਿ ਨਜਾਇਜ਼ ਫੜੇ ਨੌਜਵਾਨਾਂ ਨੂੰ 24 ਘੰਟੇ ਦੇ ਵਿੱਚ ਪੰਜਾਬ ਸਰਕਾਰ ਰਿਹਾ ਕਰੇ, ਤਾਂ ਉਸ ਵੇਲੇ ਵੀ ਭਗਵੰਤ ਮਾਨ ਨੇ ਬੜੇ ਅਪਮਾਨਜਨਕ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੁਖਾਤਬ ਹੋ ਕੇ ਇੱਕ ਟਵੀਟ ਕੀਤਾ ਸੀ, ਜਿਸ ਤੋਂ ਬਾਅਦ ਪੰਥ ਦੇ ਵਿੱਚ ਖਾਸਾ ਜਿਹੜਾ ਉਹ ਰੋਸ ਤੇ ਰੋਹ ਪੈਦਾ ਹੋਇਆ ਸੀ ਕਿ ਭਾਵੇਂ ਕੋਈ ਜਥੇਦਾਰ ਜਿਹੜਾ ਨਿੱਜੀ ਤੌਰ ਤੇ ਮਾੜਾ ਜਾਂ ਚੰਗਾ ਹੋ ਸਕਦਾ, ਪਰ ਭਗਵੰਤ ਮਾਨ ਵਰਗੇ ਮੁੱਖ ਮੰਤਰੀ ਨੂੰ ਜਿਹੜਾ ਇੱਕ ਸੰਵਿਧਾਨਕ ਅਹੁਦੇ ਤੇ ਬੈਠਾ, ਉਹਨੂੰ 6ਵੇਂ ਪਾਤਸ਼ਾਹ ਦੇ ਸਾਜੇ ਤਖਤ ਦੇ ਜਥੇਦਾਰ ਦੇ ਖਿਲਾਫ ਇਸ ਤਰੀਕੇ ਦੀਆਂ ਬੇਹੂਦਾ ਟਿੱਪਣੀਆਂ ਜਾਂ ਟਵੀਟ ਨਹੀਂ ਕਰਨੇ ਚਾਹੀਦੇ ਸਨ। ਸੋ ਕਿਤੇ ਨਾ ਕਿਤੇ ਭਗਵੰਤ ਮਾਨ ਦੀ ਜਿਹੜੀ ਸਿਆਸੀ ਪ੍ਰਤਿਬੱਧਤਾ, ਸਿਆਸੀ ਪ੍ਰੋੜਤਾ ਆ, ਜਾਂ ਉਹਨਾਂ ਦੀ ਬੋਲਬਾਣੀ ਦੀ ਮਰਿਆਦਾ ਆ, ਤਹਿਜ਼ੀਬ ਆ, ਸਲੀਕਾ ਆ, ਉਹ ਸਾਰੇ ਦੇ ਉੱਤੇ ਪਿਛਲੇ ਸਮੇਂ ਦੌਰਾਨ ਉਹਨਾਂ ਦੀਆਂ ਜਿਹੜੀਆਂ ਬਿਆਨਬਾਜ਼ੀਆਂ ਆ, ਜਾਂ ਉਹਨਾਂ ਦੀ ਫਿਜ਼ੀਕਲੀ ਐਕਟੀਵਿਟੀ ਆ, ਜਾਂ ਉਹਨਾਂ ਦੇ ਜਿਹੜੇ ਤੌਰ ਤਰੀਕੇ ਆ, ਉਹਨਾਂ ਤੋਂ ਕਿਤੇ ਨਾ ਕਿਤੇ ਸਵਾਲ ਉੱਠੇ ਆ ਕਿ ਇੱਕ ਸੰਵਿਧਾਨਕ ਅਹੁਦੇ ਤੇ ਬੈਠਾ ਇੱਕ ਬੜਾ ਜ਼ਿੰਮੇਵਾਰ ਜਿਹੜਾ ਰਾਜ ਦਾ ਮੁਖੀ ਹੋਵੇ, ਉਹਦਾ ਰਾਜ ਧਰਮ ਇੱਕ ਬੜਾ ਉੱਚਾ ਸੁੱਚਾ ਹੋਣਾ ਚਾਹੀਦਾ। ਉਹਨੂੰ ਜਿਹੜਾ ਉਹਦੇ ਖਿਲਾਫ ਜੇ ਕੋਈ ਬੰਦਾ ਮਾੜਾ ਚੰਗਾ ਵੀ ਬੋਲਦਾ ਤਾਂ ਉਹਨੂੰ ਬਰਦਾਸ਼ਤ ਕਰਨਾ ਚਾਹੀਦਾ। ਮੈਨੂੰ ਇਸ ਸੰਬੰਧ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨਾਲ ਮੇਰੇ ਬਹੁਤ ਸਾਰੇ ਵਿਚਾਰਧਾਰਕ ਸਾਡੇ ਜਰਨਲਿਸਟ ਹੋਣ ਕਰਕੇ ਵੀ ਉਹਨਾਂ ਨਾਲ ਜਿਹੜੇ ਮਤਭੇਦ ਵੀ ਸਨ, ਪਰ ਇੱਕ ਗੱਲ ਮੈਨੂੰ ਉਹਨਾਂ ਦੀ ਬੜੀ ਚੰਗੀ ਗੱਲ ਲੱਗਦੀ ਆ। ਉਹ ਕਹਿੰਦੇ, ਇੱਕ ਇੰਟਰਵਿਊ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਦੱਸਿਆ ਸੀ ਕਿ ਜਦੋਂ ਮੈਂ ਮੁੱਖ ਮੰਤਰੀ ਹੁੰਦਾ ਤਾਂ ਮੈਂ ਕਿਸੇ ਵਿਰੋਧੀ ਦੇ ਖਿਲਾਫ ਕਦੇ ਵੀ ਬਦਲਾ ਲਊ ਕਾਰਵਾਈ ਨਹੀਂ ਕਰਦਾ। ਉਹਦਾ ਕਾਰਨ ਉਹ ਦੱਸਦੇ, ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਫਲਦਾਰ ਰੁੱਖ ਉਹ ਹਮੇਸ਼ਾ ਨੀਵਾਂ ਹੁੰਦਾ ਆ, ਇਸੇ ਤਰ੍ਹਾਂ ਜਦੋਂ ਤੁਸੀਂ ਵੱਡੇ ਅਹੁਦੇ ਤੇ ਬਹਿੰਦੇ ਹੋ ਤੇ ਤੁਹਾਨੂੰ ਵੀ ਨੀਵੇਂ ਹੋ ਕੇ ਚੱਲਣਾ ਚਾਹੀਦਾ, ਕਿਉਂਕਿ ਤੁਹਾਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੋਣਾ ਚਾਹੀਦਾ। ਇਹ ਗੱਲ ਮੈਨੂੰ ਬੜੀ ਵਾਜਬ ਲੱਗਦੀ ਆ। ਇਸੇ ਕਰਕੇ ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਰਹਿ ਗਏ ਆ, ਚਾਹੇ ਉਹਨਾਂ ਦੇ ਸਿਆਸੀ ਜੀਵਨ ਦੇ ਵਿੱਚ ਬਹੁਤ ਸਾਰੀਆਂ ਉਹਨਾਂ ਕੋਲੋਂ ਗਲਤੀਆਂ ਵੀ ਹੋਈਆਂ, ਉਹ ਜਿਹੜੀਆਂ ਇਤਿਹਾਸ ਦੇ ਵਿੱਚ ਦਰਜ ਕੀਤੀਆਂ ਜਾਣਗੀਆਂ। ਔਰ ਇਸ ਦੇ ਨਾਲ ਨਾਲ ਪ੍ਰਕਾਸ਼ ਸਿੰਘ ਬਾਦਲ ਜਿਹੜੇ ਆ ਉਹ ਇਤਿਹਾਸ ਦੇ ਵਿੱਚ ਸਿੱਖਾਂ ਦੇ ਇੱਕੋ ਇੱਕ ਅਜਿਹੇ ਆਗੂ ਸਨ ਜਿਹੜੇ ਸਭ ਤੋਂ ਸ਼ਕਤੀਸ਼ਾਲੀ ਆਗੂ ਵੀ ਸਨ ਅੱਜ ਦੇ ਸਮੇਂ ਦੇ ਵਿੱਚ ਲੋਕਤੰਤਰ ਦੇ ਵਿੱਚ। ਔਰ ਇਸ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਨੂੰ ਸਭ ਤੋਂ ਵਿਰੋਧ ਸਹਿਣ ਕਰਨ ਵਾਲੇ ਸਿੱਖਾਂ ਦਾ ਹੀ, ਆਪਣੀ ਹੀ ਕੌਮ ਦਾ ਸਭ ਤੋਂ ਵੱਧ ਕ੍ਰਿਟਿਸਿਜ਼ਮ ਸਹਿਣ ਕਰਨ ਵਾਲੇ ਵੀ ਪ੍ਰਕਾਸ਼ ਸਿੰਘ ਬਾਦਲ ਸਨ। ਔਰ ਉਹਨਾਂ ਦੀ ਇਹ ਗੱਲ ਮੈਂ ਤਾਂ ਜ਼ਿਕਰ ਕਰ ਰਿਹਾ ਕਿ ਇੱਕ ਮੁੱਖ ਮੰਤਰੀ, ਉਹ 5 ਵਾਰ ਮੁੱਖ ਮੰਤਰੀ ਰਹੇ ਆ, ਆਪਣੇ ਸਿਆਸੀ ਤੌਰ ਤੇ ਬਹੁਤ ਸਾਰੀਆਂ
ਕਮਜ਼ੋਰੀਆਂ ਘਾਟਾਂ ਦੇ ਬਾਵਜੂਦ। ਔਰ ਉਹਦਾ ਇੱਕ ਕਾਰਨ ਇਹ ਵੀ ਹੈ ਕਿ ਉਹ ਜਦੋਂ ਰਾਜ ਸੱਤਾ 'ਚ ਹੁੰਦੇ ਸਨ ਤਾਂ ਉਹ ਇਹਨਾਂ ਚੀਜ਼ਾਂ ਤੋਂ ਬੜਾ ਸੰਜਮ ਤੋਂ ਕੰਮ ਲੈਂਦੇ ਸਨ। ਸੋ ਕੋਈ ਵੀ ਮੁੱਖ ਮੰਤਰੀ ਹੋਵੇ ਉਹਨੂੰ ਜਿਹੜਾ ਇਹ ਚੀਜ਼ ਵੇਖਣੀ ਚਾਹੀਦੀ ਹੈ ਕਿ ਜਿਸ ਤਰੀਕੇ ਦੇ ਨਾਲ ਫਲਦਾਰ ਰੁੱਖ ਜਿਹੜਾ ਉਹ ਨੀਵਾਂ ਹੁੰਦਾ, ਇਸ ਤਰੀਕੇ ਦੇ ਨਾਲ ਵੱਡੇ ਅਹੁਦੇ ਤੇ ਬੈਠੇ ਵਿਅਕਤੀ ਦੀ ਜਿਹੜੀ ਆ ਮੱਤ ਉੱਚੀ ਤੇ ਮਨ ਨੀਵਾਂ ਹੋਣਾ ਚਾਹੀਦਾ। ਔਰ ਭਗਵੰਤ ਮਾਨ ਹੋਰਾਂ ਨੂੰ ਇਸ ਪੱਖ ਤੋਂ ਵਿਸ਼ੇਸ਼ ਜਿਹੜੀ ਆ ਤਵੱਜੋ ਦੇਣ ਦੀ ਲੋੜ ਆ, ਇਹ ਕਿਉਂਕਿ ਇਸੇ ਕਰਕੇ ਉਹ ਸਮੇਂ-ਸਮੇਂ ਜਿਹੜੇ ਆ ਉਹ ਵਿਵਾਦਾਂ 'ਚ ਫਸ ਜਾਂਦੇ ਆ। ਕਦੇ ਉਹ ਮੀਡੀਆ ਨਾਲ ਵਿਹਾਰ ਨੂੰ ਲੈ ਕੇ ਜਿਹੜਾ ਉਹ ਆਲੋਚਨਾ ਦੇ ਸ਼ਿਕਾਰ ਹੁੰਦੇ ਆ, ਕਦੇ ਕਿਸੇ ਗੱਲ ਨੂੰ ਲੈ ਕੇ, ਕਦੇ ਜਥੇਦਾਰ ਸਾਹਿਬ ਦੇ ਖਿਲਾਫ ਉਹਨਾਂ ਦਾ ਕੋਈ ਟਵੀਟ ਆ ਜਾਂਦਾ ਵਿਵਾਦਗ੍ਰਸਤ, ਕਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਖਿਲਾਫ। ਜੀ ਜੀ, ਤਾਂ ਬਹੁਤ-ਬਹੁਤ ਧੰਨਵਾਦ ਬੁੱਟਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਤਾਂ ਇਹ ਉਹ ਮੁੱਖ ਸਵਾਲ ਕਿ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੋਣ ਪ੍ਰਚਾਰ ਕਰ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ? ਤਾਂ ਇਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕੋ ਸਿੱਕੇ ਦੇ ਦੋ ਪਹਿਲੂ ਨੇ, ਜਿਨ੍ਹਾਂ ਦੀ ਸਥਾਪਨਾ ਇੱਕੋ ਤਰ੍ਹਾਂ ਦੇ ਮਕਸਦਾਂ ਦੇ ਲਈ ਕੀਤੀ ਗਈ ਸੀ। ਤਾਂ ਜਿਸ ਕਰਕੇ ਸਮੇਂ-ਸਮੇਂ ਦੇ ਉੱਤੇ ਦੇਖਣ ਨੂੰ ਮਿਲਦਾ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਅਹੁਦਿਆਂ ਦੇ ਉੱਤੇ ਬਿਰਾਜਮਾਨ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਦੇ ਲਈ ਵੋਟਾਂ ਮੰਗਦੇ ਰਹੇ ਨੇ, ਚੋਣ ਪ੍ਰਚਾਰ ਕਰਦੇ ਰਹੇ ਨੇ। ਤਾਂ ਇਹ ਕੋਈ ਨਵੀਂ ਗੱਲ ਨਹੀਂ ਵਾਪਰੀ। ਇਤਿਹਾਸ ਦੇ ਵਿੱਚ ਅਜਿਹੀਆਂ ਘਟਨਾਵਾਂ ਜਾਂ ਅਜਿਹੇ ਚੋਣ ਪ੍ਰਚਾਰ ਆਮ ਹੀ ਦੇਖਣ ਨੂੰ ਮਿਲਦੇ ਰਹੇ ਨੇ। ਪਰ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਵਿਚਾਲੇ ਵਸਿਸ ਦੀ ਜਿਹੜੀ ਸਥਿਤੀ ਬਣੀ ਹੋਈ ਹੈ, ਇਹ ਬੜੀ ਖਤਰਨਾਕ ਹੈ। ਇਸ ਸਥਿਤੀ ਤੋਂ ਪੰਜਾਬ ਸਰਕਾਰ ਨੂੰ ਵੀ ਬਚਣਾ ਚਾਹੀਦਾ, ਸਥਿਤੀ ਦੇ ਵਿੱਚੋਂ ਨਿਕਲਣਾ ਚਾਹੀਦਾ, ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਸਿੱਖਾਂ ਦੇ ਲਈ ਸਿਰਮੌਰ ਹੈ, ਉਸ ਦੇ ਸਾਹਮਣੇ ਦੁਨੀਆਵੀ ਕੋਈ ਵੀ ਅਹੁਦਾ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਹੁਦੇ ਦੇ ਸਾਹਮਣੇ ਵੱਡਾ ਨਹੀਂ ਹੈ। ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਰਾਬਰ ਦੀ ਸਿੱਖਾਂ ਦੇ ਕੋਲ ਕੋਈ ਸੰਸਥਾ ਆ ਜਿਸ ਦੇ ਨਾਲ ਵਸਿਸ ਕਰਕੇ ਸਿਚੁਏਸ਼ਨ ਬਣਾਈ ਜਾ ਸਕੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਬਣ ਰਹੀ ਹੈ। ਤਾਂ ਉਮੀਦ ਕਿ ਪੰਜਾਬ ਸਰਕਾਰ ਸਹਿਜਤਾ ਦੇ ਨਾਲ ਇਹਨਾਂ ਮਸਲਿਆਂ ਨੂੰ ਨਜਿੱਠਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕਰੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੇ ਬਣਦੇ ਹੋਏ ਜਿਹੜੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਉਸਦੇ ਬਣਦੇ ਹੋਏ ਕੰਮਾਂ ਤੋਂ ਸੁਚੇਤ ਕਰੇਗੀ, ਕੰਮ ਕਰਨ ਦੇ ਲਈ ਕਹੇਗੀ ਅਤੇ ਪੰਥਕ ਹਿੱਤਾਂ ਦੀ ਰਾਖੀ ਕਰਨ ਦੇ ਲਈ ਜਾਗਰੂਕ ਕਰੇਗੀ। ਤਾਂ ਤੁਸੀਂ ਦੇਖਦੇ ਰਹੋ PBC ਨੂੰ। ਮੈਨੂੰ ਮਨਦੀਪ ਸਿੰਘ ਨੂੰ ਦਿਓ ਇਜਾਜ਼ਤ, ਅਗਲੀ ਵਾਰ ਫਿਰ ਤੋਂ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਦੇ ਲਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।